ਵੀ ਜਿਹੜਾ ਦੇ ਬੇਸਹਾਰਾ ਨੇ ਉਹਨਾਂ ਦੇ ਲਈ ਸਹਾਰਾ ਹੈ। ਇਹ ਬੇਸਹਾਰਾ ਦੇ ਲਈ ਤੁਸੀਂ ਸਹਾਰਾ ਤਾਂ ਬਣੇ ਹੋ, ਪਰ ਜਾਨਵਰਾਂ ਦੇ ਲਈ ਸਹਾਰਾ ਬਣੇ ਕਿਉਂ? ਮੈਨੂੰ ਇਹਨਾਂ 'ਚ ਰੱਬ ਦਿਖਦਾ ਹੈ। ਹੁਣ ਜੀ ਜਦੋਂ ਮੈਂ ਇੱਥੇ ਆਉਂਦੀ ਹਾਂ, ਮੇਰੇ ਲਈ ਇਹੀ ਮੰਦਿਰ ਹੈ, ਇਹੀ ਗੁਰਦੁਆਰਾ ਹੈ। ਜਿਹੜਾ ਕੋਈ ਸਟਾਫ ਰੱਖਿਆ ਜਾਂਦਾ ਉਹਦੀ ਪਹਿਲਾਂ ਇਹ ਇੰਟਰਵਿਊ ਹੁੰਦੀ ਹੈ ਕਿ ਵੀ ਇੱਥੇ ਕੋਈ ਨਸ਼ਾ ਨਹੀਂ ਕੀਤਾ ਜਾਊਗਾ ਮੇਰੇ ਇਸ ਜਗ੍ਹਾ 'ਚ, ਕਿਉਂਕਿ ਇਹ ਮੇਰੇ ਲਈ ਮੰਦਿਰ ਤੇ ਗੁਰਦੁਆਰੇ ਤੋਂ ਘੱਟ ਨਹੀਂ। ਸਭ ਤੋਂ ਵੱਡੀ ਜਿਹੜੀ ਫੈਸਿਲਿਟੀ ਸਾਨੂੰ ਮਿਲੀ ਹੈਗੀ ਇਨਸਾਨਾਂ ਨੂੰ, ਉਹ ਸਾਨੂੰ ਬੋਲਣ ਦੀ ਦਿੱਤੀ ਗਈ ਹੈ ਕਿ ਅਸੀਂ ਬੋਲ ਕੇ ਦੱਸ ਸਕਦੇ ਹਾਂ। ਜਿਹੜਾ ਇਹ ਅਨਮੋਲ ਜਾਨਵਰ ਹੈ, ਨਾ ਇਹ ਆਪਣੀ ਤਕਲੀਫ ਨੂੰ ਦੱਸ ਸਕਦਾ ਹੈ, ਨਾ ਇਹ ਕਹਿ ਸਕਦਾ ਕਿ ਮੈਂ ਭੁੱਖਾ ਹਾਂ, ਮੈਂ ਪਿਆਸਾ ਹਾਂ। ਇਹ ਸਾਡੇ ਭਰੋਸੇ ਹੈਗਾ, ਸਾਡੇ ਇਨਸਾਨਾਂ ਦੇ ਭਰੋਸੇ ਹੈਗਾ। ਉਹ ਗਲੀ ਇਦਾਂ ਦੀ ਸੀਗੀ ਜੀ, ਉਹਨਾਂ ਨੇ ਵੀ ਜਦੋਂ ਵੀ ਉਹਨਾਂ ਡੌਗ ਨੂੰ ਦੇਖਣਾ ਵੀ ਇਹ ਖਾਣਾ ਦੇ ਰਹੀ ਹੈ, ਉਹ ਆਪਣੇ ਆਪਣੇ ਘਰਾਂ 'ਚ ਵੱਟੇ ਤਿਆਰ ਕਰਕੇ ਰੱਖਦੇ ਸੀ ਵੀ ਉਹਨਾਂ ਨੂੰ ਮਾਰੀਏ। ਹਾਦਸਾ ਜਦੋਂ ਕੋਈ ਵਾਪਰਦਾ ਹੈ ਤਾਂ ਤੁਹਾਡੀ ਇੱਕ ਅੰਦਰੋਂ ਤੁਸੀਂ ਹਿੱਲ ਜਾਂਦੇ ਹੋ। ਤਾਂ ਹਿੱਲਣ ਕਰਕੇ ਦੋ ਚੀਜ਼ਾਂ ਹੁੰਦੀਆਂ ਹੈ ਜੀ, ਜਾਂ ਤਾਂ ਤੁਸੀਂ ਕਿਸੇ ਚੰਗੇ ਪਾਸੇ ਡਿੱਗ ਜਾਓਗੇ ਜਾਂ ਤੁਸੀਂ ਮਾੜੇ ਪਾਸੇ ਡਿੱਗ ਜਾਓਗੇ। ਸੋ ਪਰਮਾਤਮਾ ਨੇ ਮੇਰੇ ਤੇ ਮਿਹਰ ਰੱਖੀ, ਮੈਂ ਚੰਗੇ ਪਾਸੇ ਡਿੱਗੀ। ਇਹ ਪੈਰਾਲਾਈਜ਼ ਹੈਗਾ ਹੈ ਜੀ, ਜਿਹੜੇ ਸੱਟ ਵੱਜ ਜਾਂਦੀ ਹੈ ਜਿਨ੍ਹਾਂ ਨੂੰ ਸੜਕ ਤੇ, ਉਹਨਾਂ ਦੇ ਕਿਸੇ ਦਾ ਲੱਕ ਟੁੱਟ ਗਿਆ, ਸਪਾਈਨ ਟੁੱਟ ਗਈ। ਇੱਕ ਲੱਤ 'ਚ ਕੋਈ ਪ੍ਰੋਬਲਮ ਆਈ ਜੀ, ਇਹਦੇ 'ਚ ਇਨਫੈਕਸ਼ਨ ਹੋ ਗਿਆ, ਸ਼ਾਇਦ ਆਪਸ 'ਚ ਕੋਈ ਫਾਈਟ ਹੋਈ ਇਹਨਾਂ ਦੀ ਜਾਂ ਕੁਝ ਚੁੱਭ ਗਿਆ, ਉਹ ਕੁਝ ਜ਼ਖਮ ਬਣਿਆ ਔਰ ਉਹ ਇਨਫੈਕਸ਼ਨ ਇੰਨਾ ਵੱਧ ਗਿਆ ਕਿ ਸਾਡੀ ਮੈਡੀਕੇਸ਼ਨ ਤੋਂ ਠੀਕ ਨਹੀਂ ਹੁਆ, ਫਿਰ ਇਹਨੂੰ ਐਂਪੂਟੇਟ ਕਰਾਉਣਾ ਪਿਆ। ਮੈਮ ਇੱਕ ਡੌਗੀ ਦੇਖੋ ਤੁਸੀਂ ਟੋਇਆ ਪੁੱਟ ਕੇ ਉਸ 'ਚ ਉਹ ਸੋ ਰਿਹਾ ਹੈ, ਇਸ ਨੂੰ ਕੀ ਹੋਇਆ ਸੀ ਵਿਚਾਰੇ ਨੂੰ? ਇਹਦੇ ਮੈਮ ਇਹਦੇ ਦੂਜੇ ਪਾਸੇ ਹੁਣ ਇਹ ਸੋ ਰਿਹਾ, ਇਹਦੇ ਦੂਜੇ ਪਾਸੇ ਬਹੁਤ ਵੱਡਾ ਜ਼ਖਮ ਹੈਗਾ। ਇਹ ਅਸੀਂ ਨਾ ਪਿੰਜਰੇ 'ਚ ਰੱਖਿਆ ਸੀਗਾ, ਪਰ ਇਹ ਪਿੰਜਰੇ 'ਚ ਆਪਣੇ ਆਪ ਨੂੰ ਬਹੁਤ ਜ਼ਿਆਦਾ ਤਕਲੀਫ 'ਚ ਸਾਰਾ ਦਿਨ ਰੋਂਦਾ ਰਹਿੰਦਾ ਸੀਗਾ। ਇਹਨਾਂ ਨੂੰ ਆਪਾਂ ਇੱਥੇ ਰੱਖਦੇ ਨੇ, ਇਹਨਾਂ ਦੀ ਮਾਲਿਸ਼ ਹੁੰਦੀ ਹੈ, ਇਹਨਾਂ ਨੇ ਇੱਕ ਕਾਰਟ ਤੇ ਬਿਠਾ ਕੇ ਇਹਨਾਂ ਦੀ ਐਕਸਰਸਾਈਜ਼ ਕਰਾਈ ਜਾਂਦੀ ਹੈ, ਹਾਈਡਰੋਥੈਰੇਪੀ ਹੁੰਦੀ ਹੈ ਪਾਣੀ ਦੇ ਨਾਲ ਇਹਨਾਂ ਦੀ। ਇਹ ਮੇਰੇ ਕੋਲ 40 ਤੋਂ 50% ਡੌਗ ਜਿਹੜਾ ਪੈਰਾਲਾਈਜ਼ ਹੈ ਉਹ ਠੀਕ ਹੁੰਦਾ ਹੈ। ਡੇਲੀ ਪੋਸਟ ਪੰਜਾਬੀ ਵੇਖ ਰਹੇ ਹੋ, ਮੈਂ ਤੁਹਾਡੇ ਨਾਲ ਨਵਦੀਪ ਮਾਨ। ਕਹਿੰਦੇ ਜਦੋਂ ਪਰਮਾਤਮਾ ਕਿਸੇ ਸ਼ਖਸ ਨੂੰ, ਕਿਸੇ ਚਾਹੇ ਪੰਛੀ ਹੋਵੇ ਚਾਹੇ ਜੀਵ ਹੋਵੇ, ਇਸ ਧਰਤੀ ਦੇ ਉੱਤੇ ਭੇਜਦਾ ਹੈ ਤਾਂ ਉਸ ਦਾ ਖਾਣ ਪਾਣ ਦੇਖਭਾਲ ਦਾ ਸਾਰਾ ਜੋ ਹੈ ਪਰਮਾਤਮਾ ਦੇ ਵੱਲੋਂ ਆਪ ਲਿਖਿਆ ਹੁੰਦਾ ਹੈ। ਅਕਸਰ ਹੀ ਅਸੀਂ ਘਰਾਂ ਦੇ ਬਾਹਰ ਦੇਖਦੇ ਹਾਂ ਕਿ ਕੁਝ ਅਵਾਰਾ ਕੁੱਤੇ ਫਿਰਦੇ ਹੁੰਦੇ ਨੇ, ਤੇ ਉਹਨਾਂ ਦੇ ਲਈ ਜੋ ਜਿਨ੍ਹਾਂ ਦੇ ਇਨਸਾਨਾਂ ਦੇ ਵਿੱਚ ਅੰਦਰ ਇਨਸਾਨੀਅਤ ਹੈ, ਉਹਨਾਂ ਦੇ ਲਈ ਅਸੀਂ ਘਰਾਂ ਦੇ ਵਿੱਚ ਬਾਹਰ ਜੋ ਹੈ ਠੁੱਲੇ ਰੱਖ ਦਿੰਦੇ ਹਾਂ, ਉਸ 'ਚ ਰੋਟੀ ਪਾ ਦਿੰਦੇ ਹਾਂ, ਪਾਣੀ ਦਾ ਪ੍ਰਬੰਧ ਕਰ ਦਿੰਦੇ ਹਾਂ। ਪਰ ਜਦੋਂ ਸਾਨੂੰ ਕੋਈ ਡੌਗੀ ਜੋ ਜ਼ਖਮੀ ਹਾਲਤ ਦੇ ਵਿੱਚ ਦਿਖਦਾ ਹੈ ਤਾਂ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਕਿ ਉਸ ਬਿਮਾਰ ਜਾਂ ਜ਼ਖਮੀ ਡੌਗੀ ਦੇ ਲਈ, ਕੁੱਤੇ ਦੇ ਲਈ ਜਾਂ ਜਾਨਵਰ ਦੇ ਲਈ ਮਸੀਹਾ ਬਣਾਉਂਦੇ ਨੇ। ਇਹ ਗੱਲ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਅੱਜ ਅਸੀਂ ਜਿੱਥੇ ਖੜੇ ਹਾਂ, ਇੱਕ ਲੇਡੀ ਹੈ ਉਹ ਜਿਨ੍ਹਾਂ ਦੇ ਵੱਲੋਂ ਇੱਕ ਨਹੀਂ ਬਲਕਿ ਅਨੇਕਾਂ ਕੁੱਤਿਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ, ਜਾਨਵਰਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ, ਤੇ ਜਿਹੜੇ ਕਿ ਕਾਫੀ ਜ਼ਿਆਦਾ ਗੰਭੀਰ ਅਵਸਥਾ ਦੇ ਵਿੱਚ ਸਨ। ਤਾਂ ਰੱਬ ਦੇ ਜੀ ਨਾਮ ਦੀ NGO ਜੋ ਹੈ ਮੀਨਾਕਸ਼ੀ ਮੈਮ ਦੇ ਵੱਲੋਂ ਚਲਾਈ ਜਾਂਦੀ ਹੈ, ਉਹਨਾਂ ਨਾਲ ਗੱਲਬਾਤ ਕਰਦੇ ਆ। ਨਾਮ ਰੱਬ ਦੇ ਜੀ ਹੈ, ਪਰ ਰੱਬ ਦੇ ਰੂਪ ਸਭ ਨੂੰ ਸਮਝ ਕੇ ਜੋ ਹੈ ਇਹਨਾਂ ਦੇ ਵੱਲੋਂ ਸਭ ਦੀ ਦੇਖਭਾਲ ਕੀਤੀ ਜਾਂਦੀ ਹੈ। ਬਹੁਤ ਸਾਰੇ ਡੌਗੀਜ਼ ਇਹਨਾਂ ਨੇ ਇੱਥੇ ਰੱਖੇ ਹੋਏ ਨੇ। ਮੈਮ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿ ਸ਼੍ਰੀ ਅਕਾਲ। ਮੈਮ ਨਾਮ ਬੜਾ ਯੂਨੀਕ ਹੈ, ਰੱਬ ਦੇ ਜੀ। ਰੱਬ ਦੇ ਜੀ ਜਦੋਂ ਵੀ ਕਿਸੇ ਦੇ ਮਨ ਦੇ ਵਿੱਚ ਆਉਂਦਾ ਹੈ ਨਾ, ਤਾਂ ਉਹ ਕਹਿੰਦੇ ਨੇ ਵੀ ਇਹ ਜੋ NGO ਦਾ ਨਾਮ ਹੈ, ਇਸ ਤੋਂ ਸਾਫ਼ ਦੇਖ ਕੇ ਪਤਾ ਲੱਗਦਾ ਹੋਏਗਾ ਵੀ ਜਿਹੜਾ ਦੇ ਬੇਸਹਾਰਾ ਨੇ ਉਹਨਾਂ ਦੇ ਲਈ ਸਹਾਰਾ ਹੈ। ਇਹ ਬੇਸਹਾਰਾ ਦੇ ਲਈ ਤੁਸੀਂ ਸਹਾਰਾ ਤਾਂ ਬਣੇ ਹੋ, ਪਰ ਜਾਨਵਰਾਂ ਦੇ ਲਈ ਸਹਾਰਾ ਬਣੇ ਕਿਉਂ? ਕਿਉਂਕਿ ਮੈਮ ਦੇਖੋ, ਮਨੁੱਖ ਜਿਹੜੇ ਹੈਗਾ ਉਹ ਆਪਣੇ ਆਪ ਕਰ ਸਕਦਾ ਹੈ। ਰੱਬ ਨੇ ਉਹਨਾਂ ਨੂੰ ਸਾਰੀ ਇੱਦਾਂ ਦੀ ਚੀਜ਼ਾਂ ਦਿੱਤੀਆਂ ਜਿਹਦੇ ਕਰਕੇ ਜੇ ਉਹ ਬਿਮਾਰ ਹੈ ਜਾਂ ਉਹਨੂੰ ਭੁੱਖ ਪਿਆਸ ਲੱਗੀ ਹੈ, ਉਹ ਦੱਸ ਸਕਦਾ ਹੈ। ਸਭ ਤੋਂ ਵੱਡੀ ਜਿਹੜੀ ਫੈਸਿਲਿਟੀ ਸਾਨੂੰ ਮਿਲੀ ਹੈਗੀ ਇਨਸਾਨਾਂ ਨੂੰ, ਉਹ ਸਾਨੂੰ ਬੋਲਣ ਦੀ ਦਿੱਤੀ ਗਈ ਹੈ ਕਿ ਅਸੀਂ ਬੋਲ ਕੇ ਦੱਸ ਸਕਦੇ ਹਾਂ। ਜਿਹੜਾ ਇਹ ਅਨਮੋਲ ਜਾਨਵਰ ਹੈ, ਨਾ ਇਹ ਆਪਣੀ ਤਕਲੀਫ ਨੂੰ ਦੱਸ ਸਕਦਾ ਹੈ, ਨਾ ਇਹ ਕਹਿ ਸਕਦਾ ਕਿ ਮੈਂ ਭੁੱਖਾ ਹਾਂ, ਮੈਂ ਪਿਆਸਾ ਹਾਂ। ਇਹ ਸਾਡੇ ਭਰੋਸੇ ਹੈਗਾ, ਸਾਡੇ ਇਨਸਾਨਾਂ ਦੇ ਭਰੋਸੇ ਹੈਗਾ। ਪਰ ਅੱਜ ਜਿਹੜੀ ਲੱਗ ਰਿਹਾ ਹੈ ਕਿ ਇਨਸਾਨੀਅਤ ਕਿਤੇ ਨਾ ਕਿਤੇ ਘਟਦੀ ਜਾ ਰਹੀ ਹੈ। ਇਹ ਜਗ ਜ਼ਾਹਿਰ ਹੈ ਕਿ ਇਨਸਾਨੀਅਤ ਅੱਜ ਦੇ ਟਾਈਮ 'ਚ ਘਟਦੀ ਜਾ ਰਹੀ ਹੈ। ਸੋ ਸਾਡਾ ਵੈਸੇ ਤਾਂ ਇਹ ਪਹਿਲਾਂ ਸਾਡੇ ਬਜ਼ੁਰਗ ਹੁੰਦੇ ਸੀਗੇ, ਆਪਣੇ ਸਾਨੂੰ ਸਿੱਖਿਆ ਦਿੰਦੇ ਸੀਗੇ ਵੀ ਇੱਕ ਸਵੇਰੇ ਕੁੱਤੇ ਦੀ ਰੋਟੀ, ਸ਼ਾਮੀ ਗਾਂ ਦੀ, ਸਵੇਰੇ ਗਾਂ ਦੀ ਰੋਟੀ ਤੇ ਸ਼ਾਮੀ ਕੁੱਤੇ ਦੀ, ਜਾਂ ਸਵੇਰੇ ਸ਼ਾਮੀ ਆਪਾਂ ਕੱਢ ਕੇ ਰੱਖਦੇ ਸੀਗੇ, 2-3 ਉਸ 'ਚ ਪਈ ਹੁੰਦੀ ਸੀਗੀ।
ਤੇ ਅੱਜ ਕੱਲ ਉਹ ਸਿਸਟਮ ਘਟਦਾ ਜਾ ਰਿਹਾ ਹੈ ਤੇ ਇਹ ਵਿਚਾਰੇ ਭੁੱਖੇ ਮਰ ਰਹੇ। ਭੁੱਖੇ ਵੀ ਚਲੋ ਮਰੇ ਨਾ ਮਰੇ, ਰੱਬ ਨੇ ਇਹਨਾਂ ਦੀ ਖਾਣੇ ਦਾ ਇੰਤਜ਼ਾਮ ਸਾਰਿਆਂ ਨੇ ਕੀਤਾ ਹੋਇਆ ਹੈ। ਚਲੋ ਬਹੁਤ ਉਸੇ ਇੰਤਜ਼ਾਮ ਦੇ ਤਹਿਤ ਰੱਬ ਨੇ ਹੀ, ਪਰਮਾਤਮਾ ਨੇ ਹੀ, ਕੁਝ ਲੋਕ ਇਦਾਂ ਦੇ ਨੀਚੇ ਧਰਤੀ ਤੇ ਹਰ ਜਗ੍ਹਾ ਅਪਾਇੰਟਮੈਂਟ ਇੱਕ ਉਹਨਾਂ ਦੀ ਕੀਤੀ ਗਈ ਹੋਈ ਹੈ। ਹਰ ਗਲੀ 'ਚ, ਹਰ ਤੀਜੀ ਗਲੀ 'ਚ ਕੋਈ ਨਾ ਕੋਈ ਫੀਡਰ ਹੁੰਦਾ ਹੈ ਜਿਹੜਾ ਇਹਨਾਂ ਦੀ ਟੇਕ ਕੇਅਰ ਕਰ ਲੈਂਦਾ ਵੀ ਹਾਂ ਕੌਣ ਬਿਮਾਰ ਹੈ, ਉਹਨੂੰ ਕਿਤੇ ਨਾ ਕਿਤੇ ਦਿਖਾਇਆ ਜਾਂਦਾ ਹੈ। ਰੋਟੀ ਖਾਣ ਦਾ ਜਿੰਮਾ ਉਹਨੇ ਲਿੱਤਾ ਹੋਇਆ ਹੁੰਦਾ, ਪਰਮਾਤਮਾ ਵੱਲੋਂ ਹੀ ਇਹ ਸਿਸਟਮ ਹੈ। ਚਲੋ ਪਰਮਾਤਮਾ ਨੇ ਮੈਨੂੰ ਥੋੜਾ ਜਿਹਾ ਵੱਡਾ ਹੁਕਮ ਲਾਤਾ ਵੀ ਹਾਂ ਜਿਹੜੇ ਨਹੀਂ ਕਰ ਪਾ ਰਹੇ, ਜਿਹੜੇ ਲੈ ਕੇ ਜਾਂਦੇ ਆ, ਤੇ ਸਾਡੇ ਕੋਲ ਸਰਕਾਰੀ ਸਿਸਟਮ ਇਦਾਂ ਦਾ ਕੋਈ ਨਹੀਂ ਹੈਗਾ ਵੀ ਜਿਹੜੇ ਲੈ ਕੇ ਜਾਈਏ। ਹਰ ਬੰਦੇ ਦੀ ਪਾਕਟ ਵੀ ਅਲਾਉ ਨਹੀਂ ਕਰਦੀ ਵੀ ਹਾਂ ਅਸੀਂ ਇਹਨਾਂ, ਕਿਉਂਕਿ ਇਲਾਜ ਇਹਨਾਂ ਦਾ ਕਾਫੀ ਮਹਿੰਗਾ ਹੁੰਦਾ ਹੈ। ਸੋ ਪਰਮਾਤਮਾ ਨੇ ਹੁਕਮ ਲਾਇਆ ਸੀ, ਆਪਾਂ ਇਹ ਉਪਰਾਲਾ ਸ਼ੁਰੂ ਕੀਤਾ। ਬਿਲਕੁਲ ਮੈਮ, ਇਹ ਉਪਰਾਲਾ ਸ਼ੁਰੂ ਕਰੇ ਨੂੰ ਕਿੰਨਾ ਟਾਈਮ ਹੋ ਗਿਆ? ਇਹਨੂੰ ਅੱਜ ਦੇ ਹਿਸਾਬ ਨਾਲ ਜੇ ਆਪਾਂ ਕਰੀਏ ਤਾਂ ਸ਼ਾਇਦ 2.5 ਸਾਲ ਦੇ ਔਨ ਇਹ ਹੋ ਚੁੱਕਿਆ ਹੈ ਜੀ। ਲੋਕਡਾਊਨ ਦੇ ਦੌਰਾਨ ਆਪਾਂ ਫੀਡਿੰਗ ਸ਼ੁਰੂ ਕੀਤੀ ਸੀਗੀ, ਬਾਅਦ 'ਚ ਪਤਾ ਲੱਗਿਆ ਵੀ ਇਹਨਾਂ ਨੂੰ ਖਾਣੇ ਤੇ ਜ਼ਿਆਦਾ, ਇਲਾਜ ਦੀ ਜ਼ਿਆਦਾ ਜ਼ਰੂਰਤ ਹੈ। ਸੋ ਆਪਾਂ ਉਹਦਾ ਪ੍ਰਬੰਧ, ਇਲਾਜ ਦਾ ਜ਼ਿਆਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਜੀ। ਮੈਮ, ਜਦੋਂ ਕੁਝ ਵੀ ਇਦਾਂ ਦਾ ਆਪਾਂ ਕਦਮ ਚੁੱਕਦੇ ਆ ਨਾ, ਉਸ ਦੇ ਪਿੱਛੇ ਇੱਕ ਵੱਡਾ ਕਾਰਨ ਹੁੰਦਾ ਹੈ। ਅਸੀਂ ਕੁਝ ਚੀਜ਼ਾਂ ਸਾਨੂੰ ਦਿਲ ਨੂੰ ਜਾ ਕੇ ਛੂਹ ਜਾਂਦੀਆਂ ਜਾਂ ਸਾਡੇ ਹਿਰਦੇ ਨੂੰ ਵਲੂੰਦਰ ਕੇ ਰੱਖ ਦਿੰਦੀਆਂ ਨੇ, ਉਸ ਤੋਂ ਬਾਅਦ ਅਸੀਂ ਇਦਾਂ ਦਾ ਡਿਸੀਜਨ ਲੈਂਦੇ ਆ। ਉਹ ਇਹੋ ਜਿਹੀ ਕਿਹੜੀ ਘਟਨਾ ਤੁਹਾਡੇ ਨਾਲ ਵਾਪਰੀ ਸੀ ਜਿਸ ਤੋਂ ਬਾਅਦ ਤੁਸੀਂ ਇਹ ਫੈਸਲਾ ਕੀਤਾ ਕਿ ਮੈਂ ਰੱਬ ਦੇ NGO ਨੂੰ ਓਪਨ ਕਰਨਾ? ਜੀ ਮੈਮ, ਮੈਂ ਆਪਾਂ ਰੈਂਟ ਕਿਰਾਏ ਤੇ ਰਹਿ ਰਹੇ ਸੀਗੇ, ਜਿੰਨੇ ਕਿ ਵੀ ਆਪਣੇ ਕਮਾਈ ਸੀਗੀ, ਕਮਾਈ ਪਰਮਾਤਮਾ ਜਿਹੜੀ ਲਗਾ ਰਿਹਾ ਸੀਗਾ ਉਹ 'ਚ। ਉੱਥੇ ਕਿ ਇੱਕ ਛੋਟੇ ਜਿਹੇ ਕਿਰਾਏਦਾਰ ਤੇ ਮਕਾਨ ਮਾਲਿਕ ਦੇ ਝਗੜੇ ਨੂੰ ਇੱਕ ਇਦਾਂ ਦਾ ਰੂਪ ਦੇ ਦਿੱਤਾ ਗਿਆ ਕਿ ਮੈਨੂੰ ਉਹਦੇ ਲਈ, ਜਿਵੇਂ ਕਿਉਂਕਿ ਮੈਂ ਖਾਣਾ ਬਾਹਰ, ਜਿਹੜੇ 5-7 ਡੌਗ, ਜਿਹੜਾ ਆਦਤ ਤਾਂ ਮਜਬੂਰ ਹੁੰਦਾ ਹੈ, ਪਸ਼ੂ ਪ੍ਰੇਮੀ ਉਹ ਇੱਕ ਆਦਤ ਤਾਂ ਮਜਬੂਰ ਹੁੰਦਾ, ਜਿਹਦਾ ਉਹਨੂੰ ਕੁੱਤਾ ਗਿਆ, ਕੋਈ ਵੀ ਐਦਾਂ ਜਾਨਵਰ ਦਿਖੂਗਾ ਉਹਨੂੰ ਖਾਣਾ ਖਿਲਾਊਗਾ। ਜਿੱਥੇ ਘਰ 'ਚ ਮੈਂ ਰਹਿੰਦੀ, ਮੇਰਾ ਵਰਕ ਪਲੇਸ ਦੇ ਬਾਹਰ ਵੀ 5-7 ਡੌਗਸ ਰੱਖੇ ਜਿਨ੍ਹਾਂ ਨੂੰ ਖਾਣਾ ਖਿਲਾਉਂਦੇ ਸੀਗੇ, ਐਦਾਂ ਹੀ ਘਰ ਦੇ ਬਾਹਰ ਵੀ ਸੀਗੇ। ਬਾਕੀ ਉਸ ਗਲੀ 'ਚ ਕਈ ਵਾਰ ਗਲੀ ਐਡੀ ਵਧੀਆ ਹੁੰਦੀ ਕਿ ਸਾਰੇ ਪਸ਼ੂਆਂ ਨੂੰ ਪਿਆਰ ਕਰਦੇ ਹੁੰਦੇ, ਕਈ ਵਾਰ ਇਹੋ ਜਿਹੀ ਨੈਸ ਗਲੀ ਹੁੰਦੀ ਕਿ ਉਸ 'ਚ ਕੋਈ, ਤੁਹਾਨੂੰ ਹਰ ਬੰਦਾ ਉੱਤੇ ਹੇਟਰ ਹੀ ਹੁੰਦਾ। ਉਹ ਗਲੀ ਇਦਾਂ ਦੀ ਸੀਗੀ ਜੀ। ਉਹਨਾਂ ਨੇ ਵੀ ਜਦੋਂ ਵੀ ਉਹਨਾਂ ਨੂੰ ਡੌਗ ਨੂੰ ਦੇਖਣਾ ਵੀ ਇਹ ਖਾਣਾ ਦੇ ਰਹੀ ਹੈ, ਉਹ ਆਪਣੇ ਆਪਣੇ ਘਰਾਂ 'ਚ ਵੱਟੇ ਤਿਆਰ ਕਰਕੇ ਰੱਖਦੇ ਸੀ ਵੀ ਉਹਨਾਂ ਨੂੰ ਮਾਰੀਏ। ਉਹ ਇੱਕ ਇਦਾਂ ਦੇ ਝਗੜੇ ਦਾ ਰੂਪ ਦੇ ਦਿੱਤਾ ਗਿਆ ਉਹਨੂੰ, ਮਕਾਨ ਮਾਲਿਕ ਕਿਰਾਏਦਾਰ ਦੇ ਉਸਨੂੰ, ਕਿ ਵੀ ਮੇਰੇ ਤੇ ਡੌਗ ਬਾਈਟ ਦਾ ਕੇਸ ਪਾ ਦਿੱਤਾ ਗਿਆ। ਔਰ ਹੱਦ ਜਦ ਹੋ ਗਈ ਕਿ ਜੱਜ ਸਾਹਿਬ ਨੇ 7 ਮਹੀਨੇ ਦੇ ਅੰਦਰ ਅੰਦਰ, ਜਿਹੜੇ ਕਿ ਸਾਡੇ ਹਿੰਦੁਸਤਾਨ 'ਚ 10-10 ਸਾਲ ਮਰਡਰ ਦੇ ਕੇਸ ਚੱਲੀ ਜਾਂਦੇ ਨੇ, 7 ਮਹੀਨੇ ਦੇ ਅੰਦਰ ਅੰਦਰ ਮੈਨੂੰ ਸਜ਼ਾ ਸੁਣਾ ਦਿੱਤੀ ਗਈ, ਜਿਹੜੀ ਕਿ ਇੱਕ ਚੰਗੇ ਪਰਿਵਾਰ ਦੀ ਔਰਤ ਨੂੰ ਇੱਕ ਮਤਲਬ ਬਹੁਤ ਵੱਡੀ ਸਜ਼ਾ ਤੁਸੀਂ ਕਹਿ ਸਕਦੇ ਹੋ ਵੀ 6 ਮਹੀਨੇ ਦੀ ਸਜ਼ਾ ਤੇ 1500 ਰੁਪਏ ਜੁਰਮਾਨਾ ਦੇ ਦਿੱਤਾ ਗਿਆ। ਸੋ ਜਦ ਵੀ ਤੁਹਾਡੇ ਨਾਲ ਕੋਈ ਇਦਾਂ ਦਾ ਹਾਦਸਾ, ਇਹਨੂੰ ਹਾਦਸਾ ਕਹਾਂਗੇ ਜੀ, ਹਾਦਸਾ ਜਦੋਂ ਕੋਈ ਵਾਪਰਦਾ ਹੈ ਤਾਂ ਤੁਹਾਡੀ ਇੱਕ ਅੰਦਰੋਂ ਤੁਸੀਂ ਹਿੱਲ ਜਾਂਦੇ ਹੋ। ਤਾਂ ਹਿੱਲਣ ਕਰਕੇ ਦੋ ਚੀਜ਼ਾਂ ਹੁੰਦੀਆਂ ਹੈ ਜੀ, ਜਾਂ ਤਾਂ ਤੁਸੀਂ ਕਿਸੇ ਚੰਗੇ ਪਾਸੇ ਡਿੱਗ ਜਾਓਗੇ ਜਾਂ ਤੁਸੀਂ ਮਾੜੇ ਪਾਸੇ ਡਿੱਗ ਜਾਓਗੇ। ਸੋ ਪਰਮਾਤਮਾ ਨੇ ਮੇਰੇ ਤੇ ਮਿਹਰ ਰੱਖੀ, ਮੈਂ ਚੰਗੇ ਪਾਸੇ ਡਿੱਗੀ। ਉਦੋਂ ਨੇ ਸੋਚ ਲਿਆ ਕਿ ਜੇ ਮੈਨੂੰ ਇਹਨਾਂ ਨੂੰ ਖਾਣਾ ਖਵਾਉਣ ਕਰਕੇ ਮੈਨੂੰ ਐਡੀ ਵੱਡੀ ਸਜ਼ਾ, ਇਹ ਵੱਡੀ ਸਜ਼ਾ ਕਹਾਂਗੇ ਜੀ ਆਪਾਂ, ਕਿਸੇ ਜਨਾਨੀ ਨੂੰ ਜੇਲ੍ਹ ਤੁਸੀਂ ਕਰ ਦਿਓ, ਹੈ ਨਾ, ਵੀ ਉੱਥੇ ਜੇਲ੍ਹ 'ਚ ਬੈਠੀ ਰਹੋਗੀ। ਚਲੋ ਕੋਰਟ 'ਚ, ਸੈਸ਼ਨ 'ਚ ਆਪਾਂ, ਸਾਡਾ ਕੇਸ ਚੱਲ ਰਿਹਾ, ਪਰ ਇਹ ਸਜ਼ਾ ਜਿਹੜੀ ਮੈਨੂੰ ਦਿੱਤੀ ਗਈ ਉਹ 'ਚ ਮੈਨੂੰ ਇਹ ਮੈਂ ਲੱਗਿਆ ਕਿ ਮੈਂ ਹੁਣ ਇਸ ਚੀਜ਼ ਦਾ ਰਿਵੈਂਜ ਹੈ ਕਿ ਮੈਂ ਹੁਣ ਇਹਨਾਂ ਦੀ ਸੇਵਾ 'ਚ ਹੀ ਆਪਣਾ ਸਬਜੈਕਟ ਮੈਂ ਇੱਕ ਲਾਈਫ ਦਾ ਬਣਾ ਲਿਆ ਕਿ ਵੀ ਮੈਂ ਹੁਣ ਇਹਨਾਂ ਦੇ ਇਸ ਚੀਜ਼ ਤੋਂ ਪਿੱਛੇ ਨਹੀਂ ਹਟਾਂਗੀ ਔਰ ਇਹਨੂੰ ਦਿਨ ਪਰ ਦਿਨ ਵਧਾਵਾਂਗੀ ਤੇ ਲੋਕਾਂ 'ਚ ਵੀ ਅਵੇਅਰਨੈਸ ਹੋਊਗੀ, ਬਾਕੀ ਲੋਕ ਵੀ ਮੇਰੇ ਵਾਂਗੂ ਕਰਨ। ਬਿਲਕੁਲ ਮੈਮ, ਤੁਹਾਨੂੰ ਸਲੂਟ ਕਰਨਾ ਬਣਦਾ ਕਿ ਬਹੁਤ ਅਲੱਗ ਕੰਮ ਤੁਸੀਂ ਕਰਦੇ ਹੋ। ਬਹੁਤ ਘੱਟ ਲੋਕੀ ਹੁੰਦੇ ਨੇ ਜਿਨ੍ਹਾਂ ਦੀ ਸੋਚ ਤੁਹਾਡੇ ਵਰਗੀ ਹੁੰਦੀ ਹੈ। ਮੈਂ ਇਸ 'ਚ ਆਪਣੀ ਉਹ ਕੁਝ ਨਹੀਂ ਕਹਾਂਗੀ, ਇਹ ਪਰਮਾਤਮਾ ਦਾ ਉਹ ਹੈਗਾ ਜੀ। ਇਹ ਵੀ ਗੱਲ ਪੱਕੀ ਹੈ ਜੀ, ਪਰਮਾਤਮਾ ਦੇ ਹੁਕਮ ਬਿਨਾਂ ਕੁਝ ਨਹੀਂ ਹੁੰਦਾ, ਹੈ ਨਾ। ਮੇਰਾ ਮੰਦਿਰ ਗੁਰਦੁਆਰੇ ਮੈਂ ਕਦੀ ਨਹੀਂ ਸੀ ਜਾਂਦੀ, ਮੈਂ ਰੱਬ ਨੂੰ ਬਹੁਤਾ ਨਹੀਂ ਮੰਨਦੀ ਸੀ। ਹਾਂ, ਮੈਨੂੰ ਲੱਗਦਾ ਸੀ ਕਿ ਕੋਈ ਸੁਪਰ ਪਾਵਰ ਹੈਗੀ ਹੈ ਜਿਹੜੇ ਕਾਇਨਾਤ ਨੂੰ ਚਲਾ ਰਹੀ ਹੈ, ਪਰ ਮੈਨੂੰ ਇਹਨਾਂ 'ਚ ਰੱਬ ਦਿਖਦਾ ਹੈ ਹੁਣ ਜੀ। ਮੈਂ ਜਦੋਂ ਮੈਂ ਇੱਥੇ ਆਉਂਦੀ ਹਾਂ, ਮੇਰੇ ਲਈ ਇਹੀ ਮੰਦਿਰ ਹੈ, ਇਹੀ ਗੁਰਦੁਆਰਾ ਹੈ। ਜਿਹੜਾ ਕੋਈ ਸਟਾਫ ਰੱਖਿਆ ਜਾਂਦਾ ਉਹਦੀ ਪਹਿਲਾਂ ਇਹ ਇੰਟਰਵਿਊ ਹੁੰਦੀ ਹੈ ਕਿ ਵੀ ਇੱਥੇ ਕੋਈ ਨਸ਼ਾ ਨਹੀਂ ਕੀਤਾ ਜਾਊਗਾ ਮੇਰੇ ਇਸ ਜਗ੍ਹਾ 'ਚ, ਕਿਉਂਕਿ ਇਹ ਮੇਰੇ ਲਈ ਮੰਦਿਰ ਤੇ ਗੁਰਦੁਆਰੇ ਤੋਂ ਘੱਟ ਨਹੀਂ ਹੈ ਜੀ। ਬਿਲਕੁਲ ਮੈਮ, ਹੁਣ ਤੱਕ ਕਿੰਨੇ ਡੌਗੀਜ਼ ਦੀ ਦੇਖਭਾਲ ਤੁਸੀਂ ਕਰ ਰਹੇ ਹੋ? ਅੱਜ ਦੇ ਗੱਲ ਕਰੀਏ ਤਾਂ 639 ਦਾ ਟੈਗ ਅੱਜ ਸੀਗਾ ਸਵੇਰ ਦਾ, ਤਾਂ 640 ਦੇ ਡੌਗ ਅਸੀਂ ਜਿਹੜੇ ਹੈਗੇ ਆ 100 ਤੋਂ ਹਲੇ ਵੀ ਐਡਮਿਟ ਹੈਗੇ, 100 ਪਲੱਸ ਦੇ ਅਰਾਊਂਡ, ਤੇ ਬਾਕੀ 550-600 ਡੌਗਸ ਅਸੀਂ ਠੀਕ ਕਰਕੇ ਭੇਜ ਚੁੱਕੇ ਹਾਂ। ਬਿਲਕੁਲ ਮੈਮ, ਸਭ ਤੋਂ ਵੱਡੀ ਦਿੱਕਤ ਜਿਸ ਤਰ੍ਹਾਂ ਕਿ ਉਹ ਡੌਗੀ ਬਹੁਤ ਤੜਫ ਰਿਹਾ ਮੈਮ, ਉਹਨੂੰ ਕੀ ਦਿੱਕਤ ਹੈ? ਉਹ ਬਹੁਤ ਚੱਲਣ ਦੇ ਵਿੱਚ, ਹਾਂ, ਇਦਾਂ ਦੇ ਇੱਧਰ 17-18 ਡੌਗਸ ਨੇ ਹੈਗੇ ਜਿੱਦਾਂ ਇਹ ਪੈਰਾਲਾਈਜ਼ ਹੈਗਾ ਹੈ ਜੀ, ਜਿਹੜੇ ਸੱਟ ਵੱਜ ਜਾਂਦੀ ਹੈ ਜਿਨ੍ਹਾਂ ਨੂੰ ਸੜਕ ਤੇ, ਉਹਨਾਂ ਦੇ ਕਿਸੇ ਦਾ ਲੱਕ ਟੁੱਟ ਗਿਆ, ਸਪਾਈਨ ਟੁੱਟ ਗਈ ਜੀ,
ਕਹਿਣ ਨੂੰ ਤਾਂ ਲੋਕੀ ਇਹਨਾਂ 'ਚ ਜਿਹੜੇ ਡਾਕਟਰ ਜਿਹੜੇ ਸਿਰਫ ਪੈਸੇ ਕਮਾਉਣ ਲਈ ਬੈਠੇ ਹੁੰਦੇ ਨੇ, ਉਹ ਇਹਦਾ 10-12 ਹਜ਼ਾਰ ਦਾ ਬਿੱਲ ਬਣਾ ਕੇ ਇਹਨਾਂ ਪਲੇਟ ਪਾ ਦਿੰਦੇ, ਪਰ ਉਹਦੀ ਬਾਅਦ ਇਹਦੀ ਜੀਵਨ ਹੋਰ ਜ਼ਿਆਦਾ ਦੁੱਬਰ ਹੋ ਜਾਂਦਾ ਹੈ, ਕਿਉਂਕਿ ਉਹ ਕਾਮਯਾਬ ਨਹੀਂ ਹੈ। ਸਾਡੇ ਹਿੰਦੁਸਤਾਨ ਨੇ ਹਲੇ ਇੰਨੀ ਤਰੱਕੀ ਮੈਡੀਕਲ ਸਾਇੰਸ 'ਚ, ਵੈਟਰਨਰੀ 'ਚ ਇੰਨੀ ਤਰੱਕੀ ਨਹੀਂ ਕੀਤੀ ਹੈ ਕਿ ਇਹ ਕੋਈ ਵੱਡੇ ਉਸ 'ਚ ਜਾ ਸਕੇ। ਇਹਨਾਂ ਨੂੰ ਆਪਾਂ ਇੱਥੇ ਰੱਖਦੇ ਨੇ, ਇਹਨਾਂ ਦੀ ਮਾਲਿਸ਼ ਹੁੰਦੀ ਹੈ, ਇਹਨਾਂ ਨੇ ਇੱਕ ਕਾਰਟ ਤੇ ਬਿਠਾ ਕੇ ਇਹਨਾਂ ਦੀ ਐਕਸਰਸਾਈਜ਼ ਕਰਾਈ ਜਾਂਦੀ ਹੈ, ਹਾਈਡਰੋਥੈਰੇਪੀ ਹੁੰਦੀ ਹੈ ਪਾਣੀ ਦੇ ਨਾਲ ਇਹਨਾਂ ਦੀ। ਇਹ ਮੇਰੇ ਕੋਲ 40 ਤੋਂ 50% ਡੌਗ ਜਿਹੜਾ ਪੈਰਾਲਾਈਜ਼ ਹੈ ਉਹ ਠੀਕ ਹੁੰਦਾ ਹੈ। ਓਕੇ। ਤੇ ਮੈਮ ਇਹ ਡੋਗੀ ਦੀਆਂ 3 ਲੱਤਾਂ ਨੇ, ਮੋ 4 ਹੁੰਦੀਆਂ ਨੇ, ਇਸ ਦੀ ਇੱਕ ਲੱਤ ਨਹੀਂ ਸੀ, ਇਸ ਦਾ ਵੀ ਇੰਨੀ ਬੁਰੀ ਤਰੀਕੇ ਨਾਲ ਕੁਚਲੀ ਗਈ ਸੀਗੀ ਜੀ, ਜਿਹਦਾ ਕੋਈ ਹੋਰ ਬਿਨਾ ਸਿਵਾਏ ਕੱਟਣ ਦੇ ਉਹਦਾ ਕੋਈ ਹੋਰ ਟ੍ਰੀਟਮੈਂਟ ਨਹੀਂ ਸੀ ਹੋ ਰਿਹਾ, ਤਾਂ ਇਹਨੂੰ ਐਂਪੂਟੇਟ ਕਰਨਾ ਪਿਆ ਜੀ। ਇਦਾਂ ਦੇ ਮੇਰੇ ਕੋਲ 3 ਤੋਂ 4 ਡੌਗਸ ਹੈਗੇ ਜਿਨ੍ਹਾਂ ਦੀ ਲੱਤਾਂ ਕੱਟੀ ਹੋਈਆਂ। ਸੋ ਕਿਉਂਕਿ ਉਹਨਾਂ ਦਾ ਸੜਕ ਤਾਂ ਸਰਵਾਈਵਲ ਨਹੀਂ ਹੁੰਦਾ, 4 ਲੱਤਾਂ ਵਾਲੇ ਨੂੰ ਵੀ ਗੱਡੀ ਮਾਰ ਜਾਂਦੀ ਹੈ। ਤਾਂ ਇਹ ਇਦਾਂ ਦੇ ਡੌਗਸ ਸਾਡੇ ਕੋਲ ਹੁਣ ਜਿੰਨੀ ਕਿ ਰੱਬ ਨੇ ਇਹਨਾਂ ਦੀ ਜ਼ਿੰਦਗੀ ਲਿਖੀ ਹੋਈ ਹੈ, ਸਾਡੇ ਕੋਲ ਬੱਚੇ ਬਣ ਕੇ ਰਹਿਣਗੇ ਜੀ। ਬਿਲਕੁਲ ਮੈਮ, ਤੁਸੀਂ ਡੌਗੀਜ਼ ਨੂੰ ਜਿੱਥੇ ਇੱਥੇ ਰਹਿਣ ਦਾ ਪੂਰਾ ਪ੍ਰਬੰਧ ਕਰ ਰਹੇ ਹੋ, ਖਾਣ ਪੀਣ ਇਲਾਜ ਦਾ, ਉੱਪਰ ਤੁਸੀਂ ਗਰਮੀ ਨੂੰ ਦੇਖਦੇ ਹੋ, ਇਹ ਕੂਲਰ ਵੀ ਲਗਾਏ ਨੇ। ਬਹੁਤ ਘੱਟ ਲੋਕ ਹੁੰਦੇ ਨੇ ਜੋ ਇਸ ਲੈਵਲ ਤੱਕ ਸੋਚਦੇ ਨੇ। ਜੀ ਮੈਮ, ਮੈਨੂੰ ਇਹ ਲੱਗਦਾ ਕਿ ਜਦੋਂ ਸਾਨੂੰ ਗਰਮੀ ਲੱਗਦੀ ਹੈ ਆਪਾਂ ਤੜਫ ਜਾਂਦੇ ਹਾਂ, ਹੈ ਨਾ। ਗਰਮੀ ਠੀਕ ਹੈ, ਜਦੋਂ ਸੜਕਾਂ ਤੇ ਹੁੰਦੇ ਆ ਤਾਂ ਇਹ ਆਪਣੇ ਆਸਰੇ ਹੁੰਦੇ ਆ, ਇਹ ਕਿਸੇ ਵੀ ਕੋਈ ਵੀ ਸ਼ਿਕਾਰ ਕਰਨਗੇ ਉਹਨੂੰ ਖਾ ਲੈਣਗੇ, ਕਿਤੇ ਵੀ ਛਾਂ ਲੱਭਣਗੇ, ਪਾਣੀ ਸੁੱਟ ਹੋਗਾ ਉੱਥੇ ਬਹਿ ਜਾਣਗੇ। ਪਰ ਜੇ ਮੈਂ ਇਹਨਾਂ ਨੂੰ ਇੱਕ ਬਾਉਂਡਰੀ 'ਚ ਰੱਖਿਆ ਹੋਇਆ ਤਾਂ ਇਹ ਮੇਰਾ ਫਰਜ਼ ਬਣਦਾ ਹੈ ਕਿ ਜੇ ਅਸੀਂ ਏਸੀਆਂ 'ਚ ਜਾ ਕੇ ਲਿਟਦੇ ਨੇ, ਬੈਠਦੇ ਤੇ ਜਿਹੜੇ ਕੋਲ ਮੇਰਾ ਬੱਚਾ ਮੇਰੇ ਕੋਲ ਆ ਗਿਆ, ਹਾਂ ਪੂਰੇ ਸਾਰੀ ਦੁਨੀਆ ਦੇ ਆਪਾਂ ਡੌਗ ਨੂੰ ਜਾਂ ਕਿਸੇ ਐਨੀਮਲਸ ਨੂੰ ਨਹੀਂ ਕਰ ਪਾਉਂਦੇ, ਪਰ ਜਿੰਨਾ ਬੱਚਾ ਸਾਡੇ ਕੋਲ ਆ ਗਿਆ ਉਹਦੀ ਆਪਣੀ ਪੁਰਜ਼ੋਰ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਵੀ ਉਹਨਾਂ ਨੂੰ ਮੈਕਸਿਮਮ ਫੈਸਿਲਿਟੀਜ਼ ਦਿੱਤੀ ਜਾਣ, ਡਾਕਟਰਸ ਦੀ ਹੋਵੇ ਜਾਂ ਆਪਣਾ ਗਰਮੀ ਤੋਂ ਬਚਾਉਣ ਰਹੇ ਹੋਏ। ਇੱਥੇ ਹੁਣ ਤਾਂ ਚਲੋ ਆ ਗਈ ਬਰਸਾਤਾਂ ਆ ਗਈ, ਅਦਰਵਾਈਜ਼ ਇਹਨਾਂ ਦੇ ਸਵਿਮਿੰਗ ਪੂਲ ਮੈਂ 2 ਬਣਵਾਏ ਹੋਏ ਸੀਗੇ ਜੀ, ਇਹ ਆਰਾਮ 'ਚ ਉਹਦੇ ਨਾਲ, ਕਿਉਂਕਿ ਬਹੁਤ ਗਰਮੀ ਸੀਗੀ, ਫਰ ਹੈਗੇ ਇਹਨਾਂ ਦੇ ਉੱਤੇ, ਤੇ ਜਾਂਦੇ ਸੀਗੇ ਆਪਣੇ ਲਿਟ ਕੇ ਆਪਣਾ, ਉਹ ਇੰਜੋਏ ਵੀ ਕਰਦੇ, ਖੇਡਦੇ ਵੀ ਹੈਗੇ। ਬਿਲਕੁਲ ਮੈਮ, ਐਨਜੀਓ ਚਲਾਉਣਾ ਮਤਲਬ ਬਹੁਤ ਲੋਕ ਸੋਚ ਲੈਂਦੇ ਨੇ, ਪਰ ਜਦੋਂ ਖਰਚੇ ਦੀ ਮੈਨੇਜਮੈਂਟ ਦੀ ਗੱਲ ਆਉਂਦੀ ਹੈ ਨਾ, ਬਹੁਤ ਦਿੱਕਤਾਂ ਸਾਹਮਣਾ ਕਰਨਾ ਪੈਂਦੀਆਂ। ਆਪਾਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲਕੁਲ ਕਰਦੀਆਂ ਜੀ, ਬਿਲਕੁਲ ਕਰਦੀਆਂ ਨੇ। ਪਰ ਜਿਨ੍ਹਾਂ ਦੀ ਧਰਤੀ ਤੇ ਅਸੀਂ ਖੜੇ ਆ, ਇਹ ਜ਼ਮੀਨ ਟਾਈਨੋਰ ਦੀ ਹੈਗੀ ਹੈ। ਟਾਈਨੋਰ ਇੱਕ ਆਰਥੋਪੈਡਿਕ ਦਾ ਇੱਕ ਅਪਣਾਉਂਦੇ ਨੇ ਆਪਣੇ, ਤੁਸੀਂ ਦੇਖਿਆ ਹੋਣੇ ਬਾਹਾਂ ਤੇ ਯਾਰ ਚੀਜ਼ਾਂ ਦੇ, ਕਾਫੀ ਚੀਜ਼ਾਂ ਦਾ ਯੂਜ਼ ਹੁੰਦਾ। ਟਾਈਨੋਰ ਬਹੁਤ ਵੱਡਾ ਬ੍ਰਾਂਡ ਹੈ। ਸੋ ਇਹ ਪਲਾਟ ਉਹਨਾਂ ਦਾ ਹੈ। ਇਨੀਸ਼ੀਅਲੀ ਉਹਨਾਂ ਨੇ ਜਦੋਂ ਫੀਡ ਆਪਾਂ ਲੋਕਡਾਊਨ 'ਚ ਮੈਂ ਕਰਾ ਰਹੀ ਸੀ ਤਾਂ ਮੈਮ ਸਾਨੂੰ ਮਿਲੇ ਸੀਗੇ, ਤੇ ਉਸ ਟਾਈਮ ਗੱਲਬਾਤ ਹੋਈ ਵੀ ਹਾਂ ਆਪਾਂ ਕਿਵੇਂ ਕਰੀਏ ਜੋ ਜ਼ਖਮੀ ਕੁੱਤੇ ਹੋ ਜਾਂਦੇ ਆ, ਜ਼ਖਮੀ ਜਾਨਵਰ ਹੈ। ਤਾਂ ਉਹਨਾਂ ਨੇ ਸਲਾਹ ਦਿੱਤੀ ਵੀ ਮੇਰੇ ਕੋਲ ਇੱਕ ਡੌਗ ਹੈ, ਆਪਣਾ ਪਲਾਟ ਹੈਗਾ, ਤੁਸੀਂ ਉਹਦੇ 'ਚ ਰੱਖ ਕੇ ਠੀਕ ਕਰ ਸਕਦੇ ਹੋ। ਸੋ ਆਪਾਂ ਸਿਰਫ ਇੰਨਾ ਕੁ ਲਿੱਤਾ ਸੀਗਾ ਕਿਉਂਕਿ 10-5 ਡੌਗ ਸੀਗੇ। ਪਰ 2-2.5 ਸਾਲਾਂ 'ਚ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਸੋਸ਼ਲ ਮੀਡੀਆ ਤੇ, ਚਲੋ ਆਪਾਂ ਇਹਨੂੰ ਵਧੀਆ ਹੀ ਕਹਾਂਗੇ ਵੀ ਸੋਸ਼ਲ ਮੀਡੀਆ ਤੋਂ ਬਾਕੀ ਅਵੇਅਰਨੈਸ ਹੋ ਰਹੀ ਹੈ। ਸੋ ਉਸ ਹਿਸਾਬ ਨਾਲ ਵੱਧਦੇ ਜਾ ਰਹੇ ਬੱਚੇ, ਤਾਂ ਫਿਰ ਇਹ ਉਹਨਾਂ ਨੇ ਪੂਰਾ ਹੀ ਖੋਲਤਾ, ਇੱਕ ਵੱਡਾ ਹੌਸਲਾ ਕੀਤਾ ਉਹਨਾਂ ਨੇ, ਪੂਰਾ ਖੋਲਤਾ, ਔਰ ਫਾਈਨੈਂਸ਼ੀਅਲ ਹੈਲਪ ਵੀ ਸਾਨੂੰ ਬਥੇਰੀ ਕਰਦੇ ਨੇ। ਬਿਲਕੁਲ ਮੈਮ, ਕੁਝ ਡੌਗੀ ਜਿਹੜੇ ਐਵੇਂ ਬਾਹਰ ਹੀ ਘੁੰਮ ਰਹੇ ਨੇ, ਕਈਆਂ ਦੇ ਲਈ ਤੁਸੀਂ ਇਹ ਜਾਲ ਵਗੈਰਾ ਬਣਾਏ ਹੋਏ ਨੇ, ਇਸ ਦਾ ਕਾਰਨ ਕੀ ਹੈ? ਕੁਛ ਇਦਾਂ ਦੇ ਜੀ, ਜਿਵੇਂ ਮੰਨ ਲਿਆ ਕੋਈ ਡੌਗ ਆਉਂਦਾ ਜੀ, ਕੋਈ ਹਰ ਡੌਗ ਆਪਣੇ ਇਸ ਏਰੀਆ ਦੇ ਨਾਲ ਯੂਜ਼ ਟੂ ਨਹੀਂ ਹੁੰਦਾ। ਉਹਨੂੰ ਹੁੰਦਾ ਕਿ ਮੈਨੂੰ ਨਹੀਂ ਪਤਾ ਮੈਨੂੰ ਕਿੱਥੇ ਲਿਆਏ, ਉਹ ਭੱਜਣ ਨੂੰ ਕਰਦਾ ਹੈ। ਮੰਨ ਲਿਆ ਤੁਸੀਂ ਆਏ, ਤੁਸੀਂ ਕਹੇ ਜੀ ਵੀ ਇਹ ਡੌਗ ਦਾ ਐਕਸੀਡੈਂਟ ਹੋਇਆ ਜਾਂ ਇਹਨੂੰ ਕੋਈ ਪ੍ਰੋਬਲਮ ਹੈ, ਇਹਦਾ ਕੋਈ ਆਪਰੇਸ਼ਨ ਕਰਾਇਆ, ਉਹ ਹਲਕਾ ਜਿਹਾ ਠੀਕ ਹੋਊਗਾ ਜਾਂ ਨਹੀਂ ਵੀ ਹੋਊਗਾ, ਆਧਾ ਉਹਦਾ ਜ਼ਖਮ ਹੈ, ਉਹ ਭੱਜਣ ਨੂੰ ਕਰਦਾ ਹੈ ਜੀ। ਉਹ ਭੱਜ ਜਾਂਦਾ ਹੈ। ਜੇ ਸੜਕ ਤੇ ਗਿਆ ਉਹਦੀ ਟ੍ਰੀਟਮੈਂਟ ਆਧਾ ਰਹਿ ਗਿਆ, ਉਹ ਫਿਰ ਜ਼ਿਆਦਾ ਬਿਮਾਰ ਹੋਊਗਾ। ਤਾਂ ਕਰਕੇ ਆਪਾਂ ਇਹਨੂੰ ਬੈਰੀਕੇਡਸ ਕੀਤਾ ਗਿਆ। ਏਡ ਵਾਲਾ ਸੈਕਸ਼ਨ ਹੈਗੀ ਜਿੱਥੇ ਪੈਰਾਲਾਈਜ਼ਡ ਡੌਗ ਜਿਹੜੇ, ਉਹ ਤੁਸੀਂ ਦੇਖਿਆ ਹੈ ਇਦਾਂ ਦੇ ਇੱਥੇ ਹੋਰ ਡੌਗਸ ਨੇ, ਤਾਂ ਕਿ ਉਹਨਾਂ ਦੇ ਜਿਹੜੇ ਪੈਰ ਪ੍ਰੋਪਰ ਨਹੀਂ ਚੱਲਦੇ, ਤੇ ਇੱਥੇ ਘਾਹ ਜੀ ਹੈਗੀ ਹੈ ਵਿਛਾਈ ਸੀਗੀ ਆਪਾਂ, ਤਾਂ ਕਿ ਉਹਨਾਂ ਦੇ ਜਿਹੜੇ ਇਹ ਜ਼ਖਮ ਨਾ ਬਣਨ ਤੁਰਦੇ ਹੋਏ, ਇੱਥੇ ਜ਼ਖਮ ਬਣ ਜਾਂਦੇ ਪੱਕੇ ਫਰਸ਼ ਤੇ ਇੱਥੇ ਇਹਨਾਂ ਨੂੰ ਉਹ ਜ਼ਖਮ ਨਾ ਬਣਨ, ਇੱਥੇ ਕਰਕੇ ਉਹ ਬੱਚੇ ਇੱਧਰ ਪੈਰਾਲਾਈਜ਼ ਸੈਕਸ਼ਨ 'ਚ ਰੱਖੇ ਜਾਂਦੇ ਨੇ। ਬਿਲਕੁਲ ਬਿਲਕੁਲ ਮੈਮ, ਤਾਂ ਇਹ ਸਭ ਦੇ ਲਈ ਜਿੱਥੇ ਤੁਸੀਂ ਇਹ ਡੌਗਸ ਰੱਖੇ ਨੇ, ਉੱਥੇ ਇੱਕ ਪਿੱਛੇ ਮੇਰੇ ਇੱਕ ਵੱਛਾ ਵੀ ਦਿਖਾਈ ਦੇ ਰਿਹਾ। ਇਹ ਇੱਥੇ ਰੱਖਣ ਦਾ ਕਾਰਨ ਕੀ ਹੈ? ਕਿਉਂਕਿ ਡੌਗਸ ਤਾਂ ਬਹੁਤ ਦੇਖ ਲਏ, ਬਟ ਇਹ ਸਭ ਤੋਂ ਅਲੱਗ ਜਾਨਵਰ ਤੁਸੀਂ ਇੱਥੇ ਰੱਖਿਆ, ਉਹਦੀ ਦੇਖਭਾਲ। ਹੁਣ ਜੇ ਰੱਬ ਦੇ ਜੀ ਹੈ ਤਾਂ ਹੁਣ ਰੱਬ ਦੇ ਜੀ ਤਾਂ ਫਿਰ ਸਾਰਿਆਂ ਦਾ ਹੋ ਗਿਆ, ਹੈ ਨਾ। ਉਹ ਬਾਬਾ ਜੀ ਵੀ ਦਿਖਾਵਾਂਗੇ ਜਿਨ੍ਹਾਂ ਨੂੰ ਮੈਂ ਪਰਸੋਂ ਚੌਥ ਕਈ ਦਿਨ ਪਹਿਲਾਂ ਲੈ ਕੇ ਆਈ ਹਾਂ। ਇਹ ਗਾਂ ਮੈਨੂੰ ਪਰਸੋਂ ਚੌਥ ਨਹੀਂ 12 ਦਿਨ ਪਹਿਲਾਂ ਮੈਨੂੰ ਰਿਪੋਰਟ ਕੀਤੀ ਸੀ, ਰਾਤੀ 9:30-10 ਵਜੇ ਕਿਸੇ ਨੇ ਵੀ ਉਹਦਾ ਐਕਸੀਡੈਂਟ ਹੋ ਗਿਆ, ਕੋਈ ਗੱਡੀ ਮਾਰ ਕੇ ਉਹਨੂੰ ਘਸੀਟ ਕੇ ਲੈ ਕੇ ਗਈ ਕਾਫੀ ਦੂਰ ਤੱਕ, ਗੱਡੀ ਚਲੀ ਗਈ ਜੀ। ਔਰ ਹੁਣ ਗੱਡੀ ਸਾਡੀ ਅਸੀਂ ਇੱਕ ਇਕੋ ਵੈਨ ਐਜ਼ ਐਂਬੂਲੈਂਸ ਇੱਥੇ ਲਈ ਬਣਾਈ ਹੋਈ ਹੈ ਜੀ। ਹੁਣ ਮੇਰੇ ਕੋਲ ਉਹ ਸੀਗੀ, ਮੈਂ ਉਹ ਚੱਕੀ, ਉਹਨਾਂ ਨੇ ਕਿਉਂਕਿ ਕਿਹਾ ਸੀ ਛੋਟੀ ਜਿਹੀ ਬੱਚੀ ਹੈ ਤੇ ਸੀਗੀ, ਚਲੋ ਇਹ ਵੱਡੀ ਸੀਗੀ, ਮੈਂ ਇਹਨੂੰ ਗੱਡੀ 'ਚ ਪਾਇਆ, ਵਿਚਾਰੀ ਨੇ ਸਾਡਾ ਸ਼ੀਸ਼ਾ ਵੀ ਭੰਨਿਆ।
ਇਹਦਾ ਵੂੰਡ ਸੀਗਾ ਜੀ, ਮੈਂ ਤੁਹਾਨੂੰ ਦਿਖਾਵਾਂਗੀ। ਉਹ ਵੂੰਡ ਹੁਣ ਕਾਫੀ ਹੱਦ ਤੱਕ ਠੀਕ ਹੈਗਾ, ਤੇ ਜਿਵੇਂ ਹੀ ਠੀਕ ਹੋ ਜਾਊਗਾ ਫਿਰ ਇਹਨਾਂ ਨੂੰ ਆਪਾਂ ਨੇ ਉਸੇ ਜਗ੍ਹਾ ਤੋਂ ਵਾਪਸ ਰੱਖ ਦੇ ਛੱਡਿਆ ਆਵਾਂਗੇ ਜੀ। ਬਿਲਕੁਲ ਮੈਮ, ਬੇਸਿਕਲੀ ਤੁਸੀਂ ਕੀਤਾ ਕੀ ਕਰਦੇ ਹੋ, ਕਿਉਂਕਿ ਇਹ ਸਭ ਦੇ ਲਈ ਮੈਨੇਜਮੈਂਟ ਕਰਨਾ ਔਰ ਇੱਕ ਲੇਡੀ ਨੇ ਆਪਣਾ ਘਰ ਵੀ ਚਲਾਉਣਾ ਹੈ ਨਾ, ਬੱਚਿਆਂ ਦਾ ਵੀ ਦੇਖਭਾਲ ਕਰਨੀ ਹੈ ਤੇ ਐਨਜੀਓ ਚਲਾਉਣਾ ਕਾਫੀ ਜ਼ਿਆਦਾ ਚੈਲੰਜ ਹੋ ਜਾਂਦਾ ਹੈ ਇੱਕ ਲੇਡੀ। ਬਿਲਕੁਲ ਹੈ ਜੀ, ਮੈਂ ਇਸ ਲਈ ਤੇ ਬਹੁਤ ਤਗੜੀ ਹਾਮੀ ਭਰਾਂਗੀ ਕਿ ਮੇਰੇ ਲਈ ਅੱਜ ਦੇ ਟਾਈਮ 'ਚ ਤਾਂ, ਕਿਉਂਕਿ ਲੋਕਾਂ ਦੀ ਉਮੀਦ ਮੇਰੇ ਤੇ ਬਹੁਤ ਜ਼ਿਆਦਾ ਹੋ ਗਈ ਹੈ। ਜਿਵੇਂ ਹੁਣ ਪਰਸੋਂ ਚੌਥੋਂ ਬੋਰਬੈਲ ਦਾ ਕੇਸ ਹੋਇਆ ਜਾਂ ਕਰੂਐਲਿਟੀ ਦੇ ਕੇਸ ਹੁੰਦੇ, ਜਿੱਥੇ ਵੀ ਕੋਈ ਕੇਸ ਹੁੰਦਾ ਹੈ ਤਾਂ ਮੈਨੂੰ ਟੈਗ ਕਰ ਦਿੱਤਾ ਜਾਂਦਾ ਹੈ ਕਿ ਵੀ ਹਾਂ ਤੁਸੀਂ ਜਾ ਕੇ ਦੇਖਿਓ, ਤੁਸੀਂ ਜਾ। ਮੈਂ ਉਹ ਹੋਪ ਨਾ ਤਾਂ ਉਹਨਾਂ ਦੀ ਤੋੜਨਾ ਚਾਹੁੰਦੀ, ਨਾ ਇਹ ਬੇਜ਼ੁਬਾਨ ਦੀ ਤੋੜਨਾ ਚਾਹੁੰਦੀ। ਸੋ ਟਾਈਮ ਮੈਨੇਜਮੈਂਟ ਮੇਰੇ ਲਈ ਕਾਫੀ ਮੁਸ਼ਕਿਲ ਹੋ ਗਈ ਹੈ। ਕੰਮ ਮੇਰਾ ਸੀਗਾ ਬਹੁਤ ਸੋਹਣਾ, ਮੇਰਾ ਜੋ ਵੀ ਮੇਰਾ ਕੰਮ ਸੀਗਾ ਬਹੁਤ ਸੋਹਣਾ ਸੀਗਾ, ਬਹੁਤ ਅੱਛੇ ਵੈਲ ਉਸ ਪਰ ਸੀਗਾ, ਪਰ ਉਹ ਬਿਲਕੁਲ ਕਿਉਂਕਿ ਤੁਸੀਂ ਆਪ ਨਹੀਂ ਬੈਠਦੇ ਹੋ ਆਪਣੇ ਕੰਮ ਤੇ, ਤਾਂ ਉਹ ਕੰਮ ਤੁਹਾਡਾ ਖਤਮ ਹੁੰਦਾ ਜਾਂਦਾ ਹੈ। ਪਰ ਚਲੋ ਪਰਮਾਤਮਾ ਮੈਨੂੰ ਫਿਰ ਉਸ ਚੀਜ਼ ਦੀ ਕਿਤੇ ਨਾ ਕਿਤੇ ਘਾਟ ਪੂਰੀ ਕਰ ਦਿੰਦੇ, ਕੰਮ ਚੱਲੀ ਜਾ ਰਿਹਾ ਹੈ। हाँ, टाइम मैनेजमेंट मैंने करना पैंदा है क्योंकि साढ़े कोल वॉलंटियर्स नहीं है, जेडे वॉलंटियर्स आंदे भी हैं तो वो अपनी रोटियां सेकते हैं जी। सो उसलिए मैं वॉलंटियर्स बंद ही कर दिते। कोई एक आधा आंदा है, वो वीडियोज़ बनाते हैं इतने जख्मी डॉग्स के अपने अपने पेजां ते पाते, उत्ते फंड इकट्ठे करते हैं तो चलते बनते हैं। सो उसलिए आप साढ़े कोल वॉलंटियर्स, अच्छे वॉलंटियर्स की बहुत घट हैगी, जी कि बहुत जरूरी चाहिए किसी भी संस्था को चलाने ਲਈ। ਮੈਮ ਇੱਕ ਡੌਗੀ ਦੇਖੋ ਤੁਸੀਂ ਟੋਇਆ ਪੁੱਟ ਕੇ ਉਸ 'ਚ ਉਹ ਸੋ ਰਿਹਾ ਹੈ, ਇਸ ਨੂੰ ਕੀ ਹੋਇਆ ਸੀ ਵਿਚਾਰੇ ਨੂੰ? ਇਹਦੇ ਮੈਮ ਇਹਦੇ ਦੂਜੇ ਪਾਸੇ ਹੁਣ ਇਹ ਸੋ ਰਿਹਾ, ਇਹਦੇ ਦੂਜੇ ਪਾਸੇ ਬਹੁਤ ਵੱਡਾ ਜ਼ਖਮ ਹੈਗਾ। ਇਹ ਅਸੀਂ ਨਾ ਪਿੰਜਰੇ 'ਚ ਰੱਖਿਆ ਹੋਇਆ ਸੀਗਾ, ਪਰ ਇਹ ਪਿੰਜਰੇ 'ਚ ਆਪਣੇ ਆਪ ਨੂੰ ਬਹੁਤ ਜ਼ਿਆਦਾ ਤਕਲੀਫ 'ਚ ਸਾਰਾ ਦਿਨ ਰੋਂਦਾ ਰਹਿੰਦਾ ਸੀਗਾ। ਸੋ ਕੱਲ ਮੈਂ ਇੱਕ ਡਿਸਾਈਡ ਕਿਉਂਕਿ ਪੱਟਿਆ ਤਾਂ ਇਹ ਭਾਈ ਸਾਹਿਬ ਨੇ ਹੈ, ਇਹਨੂੰ ਮੈਂ ਇਹਦੀ ਵੀ ਇੱਕ ਸਟੋਰੀ ਹੈ, ਇਹਦੀ ਮੈਂ ਦੱਸਾਂਗੀ। ਇਹ ਉਹਦੇ ਪੱਟੇ ਹੋਏ ਟੋਏ 'ਚ ਉਹ ਰਿਲੈਕਸ ਕਰ ਰਹੇ ਨੇ ਕਿ ਉਹਨੂੰ ਬੜਾ ਵਧੀਆ ਲੱਗ ਰਿਹਾ, ਕਿਉਂਕਿ ਸ਼ਾਇਦ ਨੀਚੇ ਤੇ ਠੰਡਕ ਪਹੁੰਚ ਰਹੀ ਹੋਣੀ, ਸੋ ਤਾਂ ਕਰਕੇ ਉਹ ਇੱਥੇ ਲਿਟਿਆ ਹੋਇਆ। ਬਿਲਕੁਲ ਮੈਮ, ਇਹਦੀ ਕੀ ਸਟੋਰੀ ਹੈ? ਮੈਮ ਇਹ ਕਿ ਮਲੋਇਆ 'ਚ ਕਿਸੇ ਨੇ ਫੈਮਿਲੀ ਨੇ ਇਹਨੂੰ ਚੇਨ ਕਰਕੇ ਰੱਖਿਆ ਹੋਇਆ ਸੀਗਾ ਜੀ, ਔਰ ਉਹ ਦਿਨ ਰਾਤ ਉਹ ਖੋਲਦੇ ਨਹੀਂ ਸੀਗੇ ਜੀ। ਬਹੁਤ ਤੇਜ਼ ਬਾਰਿਸ਼ ਹੋ ਰਹੀ ਹੈ, ਇਹ ਉਹਦੇ 'ਚ ਬਾਰਿਸ਼ 'ਚ ਭਿੱਜੀ ਜਾ ਰਿਹਾ ਹੈ, ਉੱਥੇ ਬੰਨਿਆ ਹੋਇਆ ਸੀਗਾ। ਮੈਨੂੰ ਕਿਸੇ ਨੇ ਰਿਪੋਰਟ ਕੀਤਾ, ਐਜ਼ ਯੂਜੂਅਲ ਮੈਂ ਗਈ ਤੇ ਇਹਨੂੰ ਵਾਪਸ ਉੱਥੇ ਰੈਸਕਿਊ ਕਰਕੇ ਲੈ ਕੇ ਆਈ। ਬਈ ਤੁਸੀਂ ਜੇ ਨਹੀਂ ਰੱਖਣਾ ਹੈ ਤਾਂ ਕਹਿੰਦਾ ਨਹੀਂ ਅਸੀਂ ਨਹੀਂ ਰੱਖਣਾ, ਤਾਂ ਮੈਂ ਲੈ ਆਈ। ਇਹ ਤਾਂ ਮੈਂ ਚੇਨ ਤਾਂ ਕੀਤਾ ਹੋਇਆ, ਇੱਕ ਤੇ ਲੜਦਾ ਹੈ, ਦੂਜਾ ਇਹਦਾ ਆਪਰੇਸ਼ਨ ਕਰਾਇਆ ਹੈ ਉਹ ਬੱਚੇ ਬੰਨਣ ਦਾ, ਤਾਂ ਕਰਕੇ ਇਹਨੂੰ ਥੋੜਾ ਜਿਹਾ ਕਿਸੇ ਹੋਰ ਨਾਲ ਪ੍ਰੋਬਲਮ ਨਾਲ ਭੱਜ ਨਾ ਜਾਏ, ਤਾਂ ਕਰਕੇ ਇਹਨੂੰ ਬੰਨਿਆ, ਅਸੀਂ ਵੀ ਬੰਨਿਆ ਹੋਇਆ ਕੁਝ ਦਿਨ ਲਈ। ਬਿਲਕੁਲ ਮੈਮ, ਇੱਕ ਗੱਲ ਹੋਰ ਹੈ ਵੀ ਇੰਨੇ ਸਾਰੇ ਡੌਗੀਜ਼ ਰਹਿ ਰਹੇ ਨੇ ਤੇ ਕਦੀ ਵੀ ਇੱਕ ਦੂਜੇ ਨੂੰ ਮਾਰਦੇ ਨਹੀਂ ਜਾਂ ਇੱਕ ਦੂਜੇ ਦੇ ਮਗਰ ਨਹੀਂ ਹੁੰਦੀ ਹੈ। ਨਹੀਂ, ਥੋੜੀ ਲੜਾਈ ਤੇ ਇਹਨਾਂ ਦੀ ਆਪਸ 'ਚ ਹੁੰਦੀ ਹੈ। ਉਹ ਜਦ ਹੁੰਦੀ ਹੈ ਜਦ ਮੈਂ ਆਂਦੀ ਹੈ ਕਿ ਮੇਰੀ ਮਾਂ ਆ ਗਈ, ਮੇਰੀ ਮਾਂ ਹੈ, ਮੇਰੀ ਮਾਂ, ਤਾਂ ਕਰਕੇ ਲੜਾਈ ਹੁੰਦੀ ਹੈ। ਇੱਕ ਹੋਰ ਤੁਹਾਨੂੰ ਦਿਖਾਉਂਦੀ ਹਾਂ ਜੀ ਕਿ ਇਹ ਹੈਗਾ ਜੀ, ਇਹ ਡੌਗ ਹੈ ਮੇਰੇ ਕੋਲ। ਸਭ ਤੋਂ ਪਹਿਲੇ ਜਿਹੜੇ ਬੱਚੇ ਆਏ ਸੀਗੇ ਜਦੋਂ ਆਪਾਂ ਸ਼ੁਰੂ ਕੀਤਾ ਸੀਗਾ, ਉਹਨਾਂ ਬੱਚਿਆਂ 'ਚ ਇਹ ਹੈ ਸਿਮੋ। ਓਏ ਸਿਮੋ, ਇਹ ਸ਼ਿਮਲੇ ਤੋਂ ਆਇਆ ਸੀਗਾ ਜੀ। ਪਹਾੜੀ ਦੇ 2 ਬੱਚੇ ਸੀਗੇ, ਪਹਾੜੀ ਤੋਂ ਡਿੱਗ ਗਏ ਸੀਗੇ ਇਹ ਖੇਡਦੇ ਖੇਡਦੇ, ਤੇ ਉੱਥੇ ਦੇ ਐਮਸੀ ਨੇ ਡਿਸਾਈਡ ਕੀਤਾ ਕਿ ਇਹਨੂੰ ਯੂਥਨਾਈਜ਼ ਕਰਾ ਦਿੱਤਾ ਜਾਵੇ, ਬਈ ਇਹਨੂੰ ਮਾਰ ਦਿੱਤਾ ਜਾਵੇ, ਕਿਉਂਕਿ ਇਹਦਾ ਕੋਈ ਹੁਣ ਉਹ ਨਹੀਂ ਹੋਣਾ ਹੈ, ਕੋਈ ਇਲਾਜ ਤਾਂ ਇਹਦਾ ਪੋਸੀਬਲ ਨਹੀਂ ਹੈ। ਮੇਰੇ ਤੱਕ ਖਬਰ ਪਹੁੰਚਦੀ ਹੈ ਕਿਉਂਕਿ ਸਭ ਨੂੰ ਪਤਾ ਹੈ ਮੈਂ ਬੱਚੇ ਮਾਰਨ ਦੇ ਹੱਕ 'ਚ ਨਹੀਂ ਹੈ, ਚਾਹੇ ਉਹ ਰੇਬੀਜ਼ ਹੋ ਜਾਂ ਡਿਸਟੈਂਪਰ ਹੋ। ਮੈਨੂੰ ਇਹ ਲੱਗਦਾ ਹੈ ਕਿ ਜੇ ਰੱਬ ਨੇ ਇਹਨਾਂ ਨੂੰ ਸਾਹ ਦਿੱਤਾ ਹੈ ਕਿ ਰੱਬ ਹੀ ਆਪਣੇ ਆਪ ਹੀ ਇਹਨਾਂ ਦੀ ਸਾਹ ਲੇ, ਜਿੰਨੇ ਵੀ ਇਹਨਾਂ ਨੇ ਗਿਣ ਕੇ ਦਿੱਤੀ ਹੈ। ਆਪਾਂ ਇੱਕ ਪਿੱਛੇ ਸੈਕਸ਼ਨ ਬਣਾਇਆ ਹੋਇਆ, ਜਿਹੜੀ ਵੀ ਕੰਟੇਜੀਅਸ ਪ੍ਰੋਬਲਮ ਹੈ ਆਪਾਂ ਉੱਥੇ ਰੱਖ ਲੈਂਦੇ ਹਾਂ, ਜਿਹੜੀ ਦਵਾਈ ਬੁੱਟੀ ਇਹਨਾਂ ਦੀ ਕਰਨੀ ਹੁੰਦੀ ਉਹ ਕਰਦੇ ਆ। ਉਹਦੇ ਬਾਅਦ ਜੇ ਜਾਂਦਾ ਹੈ ਤਾਂ ਉਹ ਆਪਣੀ ਸਾਹ ਦੇ ਨਾਲ ਜਾਵੇ। ਉਸੇ ਮੱਦੇਨਜ਼ਰ ਮੈਂ ਇਹਨੂੰ ਬੁਲਾ ਲਿਆ ਜੀ, ਔਰ ਇਹ ਬੱਚਾ ਤੁਹਾਡੇ ਸਾਹਮਣੇ 2 ਸਾਲ ਤੋਂ ਸਰਵਾਈਵ ਕਰਦਾ, ਚੱਲਦਾ ਹੈ ਬਿਲਕੁਲ ਪ੍ਰੋਪਰ, ਇਹ ਚੱਲ ਕੇ ਚੱਲਦਾ ਹੈ। ਜਿਹੜਾ ਕਹਿੰਦਾ ਸੀ ਵੀ ਸਪਾਈਨ ਟੁੱਟ ਗਈ ਔਰ ਇਹ ਚੱਲਣਾ ਨਹੀਂ, ਇਹਨੂੰ ਮਾਰ ਦਿੱਤਾ ਜਾਵੇ, ਇਹ ਸਾਡੇ ਕੋਲ ਜੀ। ਬਿਲਕੁਲ ਮੈਮ, ਇੱਕ ਡੌਗੀ ਤੁਸੀਂ ਉਹ ਪਿੰਜਰੇ ਦੇ ਵਿੱਚ ਤੇ ਉਹਦੇ ਫੇਸ ਦੇ ਉੱਤੇ ਕੀ ਪਾਇਆ, ਇਸ ਦੀ ਪਿੱਛੇ ਕਹਾਣੀ ਕੀ ਸੀਗੀ ਕਿ ਆਖਿਰਕਾਰ ਇਸ ਤਰ੍ਹਾਂ ਇਸ ਨੂੰ ਮਤਲਬ ਵੀ ਕਵਰ ਅਪ ਕੀਤਾ ਹੋਇਆ ਜਾਂ ਕੀ ਟ੍ਰੀਟਮੈਂਟ ਹੋਇਆ? ਇਹਦਾ ਇਹ ਬੱਚਾ ਵੀ ਮੇਰੇ ਕੋਲ 1.5 ਸਾਲ ਤੋਂ ਹੈ ਔਰ ਇਹ ਪੈਰਾਲਾਈਜ਼ ਸੀਗਾ ਜੀ। ਪੈਰਾਲਾਈਜ਼ ਹੋਣ ਕਰਕੇ ਇੱਕ ਮਤਲਬ ਪੈਰਾਲਾਈਜ਼ ਉਹੀ ਜਿਹੜਾ ਲਕਮਜੇ ਦੇ ਦੋਨੋਂ ਲੱਤ ਕੰਮ ਹਟ ਜਾਂਦੇ ਨੇ ਕਰਨੇ। ਇੱਕ ਲੱਤ 'ਚ ਕੋਈ ਪ੍ਰੋਬਲਮ ਆਈ ਜੀ, ਇਹਦੇ 'ਚ ਇਨਫੈਕਸ਼ਨ ਹੋ ਗਿਆ, ਸ਼ਾਇਦ ਆਪਸ 'ਚ ਕੋਈ ਫਾਈਟ ਹੋਈ ਇਹਨਾਂ ਦੀ ਜਾਂ ਕੁਝ ਚੁੱਭ ਗਿਆ, ਉਹ ਕੁਝ ਜ਼ਖਮ ਬਣਿਆ ਔਰ ਉਹ ਇਨਫੈਕਸ਼ਨ ਇੰਨਾ ਵੱਧ ਗਿਆ ਕਿ ਸਾਡੀ ਮੈਡੀਕੇਸ਼ਨ ਤੋਂ ਠੀਕ ਨਹੀਂ ਹੁਆ। ਫਿਰ ਇਹਨੂੰ ਐਂਪੂਟੇਟ ਕਰਾਉਣਾ ਪਿਆ। ਡਾਕਟਰ ਨੇ ਬੋਲਿਆ ਕਿ ਇਸ ਤੋਂ ਬਾਅਦ ਇਹਦੀ ਜਾਨ ਨੂੰ ਖਤਰਾ, ਇਹਨੂੰ ਕੱਟ ਦਿੱਤਾ ਜਾਵੇ। ਜਿੱਦਾਂ ਕੱਟਣ ਤੋਂ 1.5 ਮਹੀਨਾ ਹੋ ਗਿਆ ਜੀ, ਇਹ ਹੀਲਿੰਗ ਤੇ ਹੈ। ਇਹ ਕੋਲਰ ਕਹਿੰਦੇ ਇਹਨੂੰ, ਜਿਹੜੇ ਇਹਦੇ 'ਚ ਪਾਇਆ ਤਾਂ ਕਿ ਇਹ ਆਪਣੇ ਜ਼ਖਮ ਨੂੰ ਕੁਰੇਦੇ ਨਾ, ਇਹਨੂੰ ਛੇੜੇ ਨਾ ਤੇ ਉਹਨਾਂ ਨੂੰ ਹੋਰ ਜ਼ਿਆਦਾ ਨਾ ਪ੍ਰੋਬਲਮ ਕ੍ਰੀਏਟ ਕਰ ਲੇ। ਪਰ ਇੱਕ ਵਧੀਆ ਗੱਲ ਹੁੰਦੀ ਹੈ, ਦੇਖੋ ਜੀ ਕਿਸੇ ਵੀ ਚੀਜ਼ ਇਸ ਬੱਚੇ ਲਈ ਇੱਕ ਮਾੜੀ ਗੱਲ ਹੋਈ ਕਿ ਲੱਤ ਕੱਟਣੀ ਪਈ। ਦੂਜੀ ਗੱਲ ਇਹਦੇ ਲਈ ਇੰਨੀ ਵਧੀਆ ਹੋ ਗਈ ਕਿ ਇਹ ਹੁਣ ਆਪਣੀ ਉਸ ਲੱਤ ਤੇ ਭਾਰ ਦੇਣ ਲੱਗਿਆ ਜਿਹਦੇ ਇਹ ਆਪਣੇ ਆਪ ਨੂੰ ਢਿੱਲਾ ਛੱਡਿਆ ਹੋਇਆ ਸੀ ਵੀ ਮੈਂ ਚੱਲ ਹੀ ਨਹੀਂ ਸਕਦਾ। ਹੁਣ ਇਹ 3 ਪੈਰਾਂ ਤੇ ਖੜਾ ਹੁੰਦਾ ਹੈ। ਜਿਵੇਂ ਜ਼ਖਮ ਠੀਕ ਹੋ ਜਾਊਗਾ, ਇਹ ਬੱਚਾ ਬਾਕੀ ਬੱਚਾ ਵਾਂਗੂ ਦੌੜਿਆ ਕਰੂਗਾ। ਬਿਲਕੁਲ ਮੈਮ, ਇਹ ਜਿਹੜੇ ਸਾਰੇ ਪਿੰਜਰੇ ਦੇ ਵਿੱਚ ਬੰਦ ਕੀਤੇ ਨੇ, ਇਹਨਾਂ ਦੀ ਜ਼ਿਆਦਾ ਕ੍ਰਿਟੀਕਲ ਕੰਡੀਸ਼ਨ ਸੀ ਜਿਸ ਕਰ ਸਰਜਰੀਜ਼ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਉਹ 'ਚ ਰੱਖਦੇ ਹਾਂ ਤਾਂ ਕਿਉਂਕਿ ਜਿਹੜੀ ਸੂਚਰਿੰਗ ਹੁੰਦੀ ਹੈ, ਜਿਹੜੇ ਟਾਂਕੇ ਲੱਗਦੇ ਨੇ, ਉਹ ਆਪਸ 'ਚ ਇਹਨਾਂ ਦੇ ਟਾਂਕੇ ਨਾ ਟੁੱਟ ਜਾਣ
ਜਾਂ ਕੋਈ ਆਪਸ 'ਚ ਇਹਨਾਂ ਦੀ ਡੌਗ ਫਾਈਟ ਜੇ ਇੱਕ ਦੂਜੇ ਨੂੰ ਵੱਢ ਨਾ ਲੈਣ, ਤਾਂ ਕਰਕੇ ਜਦੋਂ ਸਰਜਰੀ ਦਿੱਤੀ ਨਹੀਂ ਹੈ 4 ਦਿਨ ਦੀ ਪੋਸਟ ਕੇਅਰ ਹੁੰਦੀ ਹੈ, ਤਾਂ ਕਰਕੇ ਇਹਨਾਂ ਨੂੰ ਇਹਦੇ ਅੰਦਰ ਰੱਖਿਆ ਜਾਂਦਾ ਹੈ। ਬਿਲਕੁਲ ਮੈਮ, ਇਹ ਸਭ ਦੇ ਵਿਚਾਲੇ ਫੈਮਿਲੀ ਸਪੋਰਟ ਬਹੁਤ ਜ਼ਿਆਦਾ ਹੋਣੀ ਜ਼ਰੂਰੀ ਹੁੰਦੀ ਹੈ। ਬਿਨਾਂ ਫੈਮਿਲੀ ਤੁਸੀਂ ਇੰਨੇ ਵੱਡੇ ਛੋਟਾ ਮੋਟਾ ਸੇਵਾ ਤਾਂ ਸਾਰੇ ਕਰੀ ਜਾਂਦੇ ਨੇ ਜੀ, ਪਰ ਇੰਨੀ ਵੱਡੀ ਜੇ ਤੁਸੀਂ ਕਹੋ ਕਿ ਇੰਨੇ ਬੱਚਿਆਂ ਨੂੰ ਸਾਹਮਣਾ ਬਿਨਾਂ ਸਪੋਰਟ ਦੇ ਨਹੀਂ ਹੋ ਸਕਦਾ। ਤਾਂ ਤੁਹਾਡੀ ਇੱਕ ਚੀਜ਼ ਚੱਲ ਸਕਦੀ ਹੈ, ਜਾਂ ਤੁਹਾਡਾ ਘਰ ਟੁੱਟੇਗਾ ਜਾਂ ਤੁਹਾਡੀ ਸੁਪਨੇ ਟੁੱਟਣਗੇ। ਪਰ ਮੇਰੇ ਪਰਿਵਾਰ ਵੱਲੋਂ ਜੀ ਬਹੁਤ ਮੈਨੂੰ ਸਪੋਰਟ ਹੈ। ਚਾਹੇ ਮੈਂ ਰਾਤੀ 10:30 ਵਜੇ ਮੈਨੂੰ ਇੱਥੇ ਵੱਜ ਜਾਂਦੇ ਤੇ ਸਿਰਫ ਇੱਕ ਘਰੋਂ ਫੋਨ ਆਉਂਦਾ, ਮਾਤਾ ਘਰੇ ਆ ਜਾਓਗੇ, ਬਸ ਇੰਨਾ ਕੁ ਸਪੋਰਟ ਹੁੰਦਾ ਕਿ ਬੇਟਾ ਆ ਗਏ। ਉਹਨਾਂ ਨੂੰ ਪਤਾ ਹੁੰਦਾ ਕਿ ਮਾਂ ਵਧੀਆ ਕੰਮ 'ਚ ਲੱਗੀ ਹੋਈ, ਮੈਨੂੰ ਫੁੱਲ ਸਪੋਰਟ ਹੁੰਦਾ ਹੈ ਬੱਚਿਆਂ ਵੱਲੋਂ ਵੀ, ਹਸਬੈਂਡ ਵੱਲੋਂ ਵੀ ਜੀ। ਬਿਲਕੁਲ ਮੈਮ, ਹੁਣ ਕਿੰਨੇ ਤੁਹਾਡੇ ਇੱਥੇ ਜਿਹੜੇ ਇਹਨਾਂ ਨੇ ਸਾਰੇ ਡੌਗੀਜ਼ ਦੀ ਦੇਖਭਾਲ ਕਰਦੇ ਨੇ, ਕਿੰਨੇ ਤੁਹਾਡੇ ਅੰਡਰ ਕੰਮ ਟਾਈਮ ਕਰਦੇ 5 ਹੈ ਜੀ। ਤੇ ਉਹ ਸੈਲਰੀ ਬੇਸ ਨੇ ਜਾਂ ਉਹ ਫ੍ਰੀ? ਨਹੀਂ, ਸੈਲਰੀ ਬੇਸ ਹੈ, ਫ੍ਰੀ ਕੋਈ ਨਹੀਂ ਆਉਂਦਾ ਜੀ। ਫ੍ਰੀ ਤਾਂ ਵੋਲੰਟੀਅਰਸ ਹੁੰਦੇ ਆ, ਪਰ ਉਹ ਵੋਲੰਟੀਅਰਸ ਮੈਂ ਤੁਹਾਨੂੰ ਦੱਸਿਆ ਕਿ ਉਹ ਕੋਈ ਵੋਲੰਟੀਅਰ ਅੱਜ ਦੇ ਟਾਈਮ 'ਚ ਆਪਣੀ ਰੋਟੀ ਸੇਕਣ ਲਈ ਤਾਂ ਜ਼ਰੂਰ ਆਉਂਦੇ ਨੇ, ਅਦਰਵਾਈਜ਼ ਨਹੀਂ ਆਉਂਦੇ। ਬਿਲਕੁਲ ਮੈਮ, ਜਦੋਂ ਨਾ ਇੰਨੀ ਜ਼ਿਆਦਾ ਮਤਲਬ ਡੌਗੀਜ਼ ਦੀ ਕੰਡੀਸ਼ਨ ਹੋਵੇ ਉਸ ਟਾਈਮ ਦੇ ਵਿੱਚ ਜੇ ਆਪਾਂ ਹਸਪੀਟਲ ਵਗੈਰਾ ਲੈ ਕੇ ਜਾਈਏ ਤਾਂ ਉਦੋਂ ਬਹੁਤ ਜ਼ਿਆਦਾ ਖਰਚਾ ਹੁੰਦਾ ਹੈ, ਤਾਂ ਫਿਰ ਉਹ ਖਰਚੇ ਨੂੰ ਕਿੱਦਾਂ ਮੈਨੇਜ ਕਰਦੇ? ਦੇਖੋ ਜੀ, ਬਹੁਤ ਜ਼ਿਆਦਾ ਜਿਵੇਂ ਜਿੰਨੇ ਵੀ ਤੁਸੀਂ ਜਿੰਨੇ ਮੰਨ ਲਈ ਆਪਾਂ ਇਹ ਸਰਜਰੀ ਨੂੰ ਕਹੀਏ ਤਾਂ ਕਿਸੇ ਵੀ ਆਪ ਤੁਸੀਂ ਜੇ ਆਪਾਂ ਕਿਸੇ ਵੈਟ ਕੋਲ ਲੈ ਕੇ ਜਾਂਦੇ ਇਹਨੂੰ, ਵਧੀਆ ਵੈਟ, ਕਿਉਂਕਿ ਇਹ ਕਿਸੇ ਛੋਟੇ ਮੋਟੇ ਡਾਕਟਰ ਦੀ ਗੱਲ ਨਹੀਂ ਹੈ, ਤਾਂ ਘੱਟੋ ਘੱਟ ਇਹਨੂੰ 12 ਤੋਂ 13,000 ਰੁਪਏ ਦਾ ਇਹਦਾ ਐਂਪੂਟੇਸ਼ਨ ਦਾ ਇੱਕ ਸਰਜਰੀ ਦਾ ਖਰਚਾ ਹੈਗਾ, ਇਸ ਟਾਈਪ ਦੀ ਸਰਜਰੀ ਦਾ। ਤਾਂ ਜਿਹੜੇ ਸਰਜਰੀ ਜਿਹਨਾਂ ਨੇ ਉਹਦੇ ਨਾਲ ਆਪਾਂ ਜਿਨ੍ਹਾਂ ਦੇ ਕੋਲ ਲੈ ਕੇ ਜਾਂਦੇ ਆ, ਇੱਕ ਉਹ ਗ੍ਰੀਨ ਕੋਟ ਵੈਟਸ ਹੈ ਇੱਦਾਂ ਲੜਦੇ ਇੰਨਾ ਕਿ, ਤੇ ਉਹ ਗ੍ਰੀਨ ਕੋਟ ਵੈਟਸ ਹੈ ਜੀ ਫੇਸ 7 ਇੰਡਸਟਰੀਅਲ ਏਰੀਆ, ਫੇਸ 9 ਇੰਡਸਟਰੀਅਲ ਏਰੀਆ 'ਚ। ਉਹ ਕੀ ਕਰਦੇ ਨੇ ਜੀ, ਉਹ ਸਟੇ ਡੌਗਸ ਦਾ ਮੋਸਟਲੀ ਫ੍ਰੀ ਕਰਦੇ ਨੇ। ਜੇ ਵੀ ਤੁਸੀਂ ਲਿਆਏ ਕੋਈ ਚੋਟ ਵੱਜੀ, ਉਹ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈਣਗੇ। ਚਾਹੇ ਰਾਤੀ ਤੁਸੀਂ 12 ਵਜੇ ਉਹਨਾਂ ਨੂੰ ਕਾਲ ਕਰਾਂਗੇ, ਉਹ ਔਨ ਕਾਲ ਫ੍ਰੀ ਸੇਵਾ ਕਰ ਰਹੇ ਆ। ਪਰ ਕਿਉਂਕਿ ਸਾਡਾ ਰੂਟੀਨ 'ਚ ਇੰਨੀ ਸਰਜਰੀਜ਼ ਹੁੰਦੀਆਂ ਨੇ, ਸੋ ਬਹੁਤ ਸਬਸਿਡਾਈਜ਼ ਰੇਟ ਤੇ ਸਾਨੂੰ ਇਹਨਾਂ ਦੀ ਸਰਜਰੀਜ਼ ਕਰਕੇ ਦੇਣ। ਜਿਹੜੇ 12,000 13,000 ਦੀ ਸਰਜਰੀ, ਉਹ ਸਾਨੂੰ ਸਿਰਫ 2 ਜਾਂ 2.5 ਜਾਂ 3,000, ਮੈਕਸਿਮਮ 3,000 ਤੋਂ ਉੱਪਰ ਅੱਜ ਤੱਕ ਉਹਨਾਂ ਨੇ ਸਾਨੂੰ ਕਿਸੇ ਦੀ ਬਿੱਲ ਨਹੀਂ ਬਣਾਇਆ। ਬਹੁਤ ਵੱਡੀ ਜੇ ਉਹਨਾਂ ਨੂੰ ਅਸੀਂ ਬੁਲਾਉਂਦੇ ਆ, ਇੱਥੇ ਔਨ ਕਾਲ ਵੀ ਆਉਂਦੇ ਨੇ, ਗਾਂ ਦੇਖਣ ਆਉਂਦੇ ਆ, ਇੱਥੇ ਬੈਠ ਕੇ ਡਾਕਟਰ ਦੁਪਹਿਰੇ 3 ਵਜੇ ਸਰਜਰੀਆਂ ਵੀ ਕਰਦੇ ਨੇ ਡਾਕਟਰ। ਮਤਲਬ ਸਾਡੇ ਲਈ ਉਹ ਰੱਬ ਦਾ ਰੂਪ ਹੈਗੇ, ਪਰਮਾਤਮਾ ਉਹਨਾਂ ਨੂੰ ਬਹੁਤ ਤਰੱਕੀਆਂ ਬਖਸ਼ਣ, ਬਹੁਤ ਵਧੀਆ ਡਾਕਟਰ ਹੈਗੇ ਜਿਹੜਾ ਉਹਨਾਂ ਤੋਂ। ਸੋ ਖਰਚਾ ਕਿਤੇ ਨਾ ਕਿਤੇ ਕਾਫੀ ਹੱਦ ਤੱਕ ਉੱਥੇ ਮੈਨੇਜ ਹੋ ਜਾਂਦਾ ਹੈ। ਬਾਕੀ ਜਿਨ੍ਹਾਂ ਦਾ ਪਲਾਟ ਹੈ ਟੈਨੋਰ ਤੋਂ ਸਾਨੂੰ ਫਾਈਨੈਂਸ਼ੀਅਲ ਸਪੋਰਟ ਬਹੁਤ ਹੈ। ਬਿਲਕੁਲ, ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਕਿ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਤੇ ਇਹ ਤੁਸੀਂ ਇਸ ਪੰਕਤੀਆਂ ਨੂੰ ਉਦਾਹਰਨ ਨੂੰ ਲੈ ਕੇ ਜੋ ਅੱਜ ਤੁਸੀਂ ਇਹਨਾਂ ਦੀ ਦੇਖਭਾਲ ਕਰ ਰਹੇ ਹੋ, ਮੈਨੂੰ ਲੱਗਦਾ ਹੈ ਵੀ ਤੁਸੀਂ ਸਵਰਗਾਂ 'ਚ ਜਾਣ ਦਾ ਰਾਜ਼ ਆਪਣਾ ਬਣਾਈ ਜਾਂਦੇ ਹੋ। ਮੈਂ ਉਸ ਸੋਚ ਦੇ ਨਾਲ, ਹਾਂ ਸਭ ਸੋਚਦੇ ਵੀ ਮੈਨੂੰ ਕਹਿੰਦੇ ਲੋਕ ਕਿ ਤੁਸੀਂ ਬੜਾ ਪੁੰਨ ਖੱਟ ਰਹੇ ਹੋ, ਪਰ ਕਦੇ ਇਸ ਸੋਚ ਨਾਲ ਨਹੀਂ ਮੈਂ ਇਹ ਸੇਵਾ ਸ਼ੁਰੂ ਕੀਤੀ ਸੀ ਵੀ ਮੈਂ ਬਹੁਤ ਪੁੰਨ ਖੱਟਣਾ ਹੈ। ਇਹ ਪਰਮਾਤਮਾ ਦਾ ਹੁਕਮ ਹੈ ਜੀ, ਜਿਹੜਾ ਕਿ ਮੈਨੂੰ ਲੱਗਦਾ ਨਹੀਂ ਕਿ ਸਭ ਨੂੰ ਮਿਲਦਾ ਹੋਣਾ। ਇਹ ਸ਼ਾਇਦ ਕੋਈ ਕਦੇ ਮੇਰੇ ਤੋਂ ਕੋਈ ਚੰਗਾ ਕਰਮ ਹੋ ਗਿਆ ਹੋਣਾ, ਜਿਹਦੇ ਕਰਕੇ ਮੈਨੂੰ ਇਹ ਹੁਕਮ ਮਿਲਿਆ ਕਿ ਮੈਂ ਉਸ ਚੱਕ ਲੈ ਕੇ ਜਾਇਆ। ਬਿਲਕੁਲ ਮੈਮ, ਜੇ ਕਿਸੇ ਨੇ ਤੁਹਾਡੀ ਇਸ NGO ਤੱਕ ਅਪਰੋਚ ਕਰਨੀ ਹੋਵੇ ਜਾਂ ਤੁਹਾਡੀ ਇਸ ਕੰਮ ਦੇ ਜੋ ਕੰਮ ਕਰ ਰਹੇ ਹੋ ਇਸ 'ਚ ਹੈਲਪ ਕਰਨੀ ਹੋਵੇ, ਤਾਂ ਕਿਸ ਤਰ੍ਹਾਂ ਤੁਹਾਡੇ ਨਾਲ ਟਾਈਪ ਕਰ ਸਕਦੇ ਹੋ? ਮੈਮ, ਮੈਂ ਆਪਣੇ ਨੰਬਰਸ ਜਿਹੜੇ NGO ਦੇ ਹੈਗੇ ਉਹ ਨੰਬਰ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਾਂਗੀ, ਤੁਸੀਂ ਕੈਪਸ਼ਨ 'ਚ ਨੀਚੇ ਕਰ ਦੇਣਾ। ਜਿਸ ਹਿਸਾਬ ਨਾਲ ਵੀ ਜਿਸ ਹਿਸਾਬ ਦੀ ਸਮਰਥ ਹੈਗੀ ਹੈ, ਸਾਨੂੰ ਪਿੰਜਰਿਆਂ ਦੀ ਲੋੜ ਬਹੁਤ ਰਹਿੰਦੀ ਹੈ। ਪਿੰਜਰੇ ਕੋਈ ਡੋਨੇਟ ਕਰਨਾ ਚਾਹੁੰਦਾ ਹੈ, ਕੋਈ ਫੂਡ ਮੰਥਲੀ ਡੋਨੇਟ ਕਰਨਾ ਚਾਹੁੰਦਾ ਹੈ, ਕੋਈ ਡਾਕਟਰ ਦਾ ਬਿੱਲ ਦੇਣਾ ਚਾਹੁੰਦਾ ਹੈ ਨਾ। ਸੋ ਕਿਸੇ ਵੀ ਰੂਪ ਵਿੱਚ ਜਿੱਦਾਂ ਵੀ ਅਗਲੇ ਨੂੰ ਲੱਗਦਾ ਹੈ ਕਿ ਉਹਦਾ ਪੈਸਾ ਸੇਫ ਹੈ ਔਰ ਚੰਗੀ ਤਰ੍ਹਾਂ ਹਿਸਾਬ ਨਾਲ ਯੂਜ਼ ਹੋ ਰਿਹਾ, ਉਹ ਬੰਦਾ ਮੇਰੇ ਵੱਲੋਂ ਵੈਲਕਮ ਹੈ। ਬਹੁਤ ਬਹੁਤ ਸ਼ੁਕਰੀਆ ਮੈਮ। ਧੰਨਵਾਦ ਜੀ ਤੁਹਾਡਾ, ਤੁਸੀਂ ਇੱਥੇ ਆਏ, ਬਹੁਤ ਬਹੁਤ ਧੰਨਵਾਦ। ਬਿਲਕੁਲ, ਤਾਂ ਇਹ ਸਨ ਮੀਨਾਕਸ਼ੀ ਮੈਮ ਜਿਹੜੇ ਕਿ ਇਹਨਾਂ ਸਾਰੇ ਡੋਗੀਜ਼ ਦੀ ਦੇਖਭਾਲ ਕਰਦੇ ਨੇ, ਜਾਨਵਰਾਂ ਦੀ ਦੇਖਭਾਲ ਕਰਦੇ ਨੇ, ਇੱਕ ਮਸੀਹਾ ਦੇ ਤੌਰ ਤੇ ਜੋ ਹੈ ਬਣ ਕੇ ਇਹਨਾਂ ਦੇ ਸਾਹਮਣੇ ਆਏ ਨੇ। ਤੇ ਅੱਜ ਇਹ तमाम ਜਿੰਨੇ ਵੀ ਡੋਗੀ ਨੇ ਇਹ ਇਹਨਾਂ ਨੂੰ ਆਪਣੀ ਮਾਂ ਵਾਂਗ ਪਿਆਰ ਦਿੰਦੇ ਨੇ। ਉਮੀਦ ਹੈ ਸਾਡੀ ਇੰਟਰਵਿਊ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ, ਤੇ ਤੁਸੀਂ ਵੀ ਜੇਕਰ ਇਹਨਾਂ ਦੇ ਨਾਲ ਮਦਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਹੇਠਾਂ ਦਿੱਤੇ ਨੰਬਰਾਂ ਤੇ ਕਾਲ ਜਾਂ ਮੈਸੇਜ ਕਰ ਸਕਦੇ ਹੋ, ਕਿਉਂਕਿ ਤੁਹਾਡੀ ਕਮਾਈ ਦੇ ਵਿੱਚੋਂ ਦਿੱਤਾ ਇੱਕ ਇੱਕ ਰੁਪਈਆ ਇੱਕ ਚੰਗੇ ਪਾਸੇ ਲੱਗੇਗਾ ਤੇ ਤੁਹਾਡੇ ਲਈ ਵੀ ਬਹੁਤ ਅੱਗੇ ਚੰਗਾ ਹੋਵੇਗਾ, ਕਿਉਂਕਿ ਇਹਨਾਂ ਬੇਜ਼ੁਬਾਨਾਂ ਦਾ ਕੋਈ ਸਹਾਰਾ ਨਹੀਂ ਹੁੰਦਾ, ਪਰ ਉਹ ਸਹਾਰਾ ਹੁਣ ਮੀਨਾਕਸ਼ੀ ਮੈਮ ਬਣੇ ਨੇ। ਕੈਮਰਾਮੈਨ ਜਸ਼ਨ ਦੇ ਨਾਲ ਮੋਹਾਲੀ ਤੋਂ ਨਵਦੀਪ ਮਾਨ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ।